ਸਨਮਾਨਯੋਗ ਸਤਿਗੁਰੂ, ਸਤਿਕਾਰਯੋਗ ਸਤਿਗੁਰੂ, ਜੁਗੋ ਜੁਗ ਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਜੋ ਸਤਿਗੁਰੂ ਮਹਾਰਾਜ ਜੀ ਦਾ ਅਟਲ ਹੁਕਮ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਦੇ ਮਹਾਵਾਕ ਅਨੁਸਾਰ ਜਥੇਦਾਰ ਸਰਦਾਰ ਕੁੰਦਨ ਸਿੰਘ ਜੀ ਜੋ 29 ਜੂਨ ਨੂੰ ਗੁਰੂ ਮਹਾਰਾਜ ਦੇ ਚਰਨਾਂ ਜਾ ਬਿਰਾਜੇ ਸਨ, ਸੋ ਉਹਨਾਂ ਦਾ ਅੱਜ ਦੁਸਹਿਰਾ ਸਮਾਗਮ ਵਿੱਚ ਬਹੁਤ ਹੀ ਸਤਿਕਾਰਯੋਗ ਮੁਖੀ ਦਮਦਮੀ ਟਕਸਾਲ, ਸਤਿਕਾਰਯੋਗ ਸਨਮਾਨਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ, ਜੋ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਰਾਹੀਂ ਕਥਾ ਰਾਹੀਂ ਗੁਰੂ ਨਾਲ ਜੋੜਨਗੇ ਅਤੇ ਸੁਰਗਵਾਸੀ ਸਰਦਾਰ ਕੁੰਦਨ ਸਿੰਘ ਜੀ ਦੇ ਜੀਵਨ ਬਾਰੇ, ਉਹਨਾਂ ਦੀਆਂ ਸੇਵਾਵਾਂ ਬਾਰੇ ਆਪ ਜੀ ਨੂੰ ਜਾਣੂ ਕਰਾਉਣਗੇ। ਸਮਾਂ ਜ਼ਿਆਦਾ ਨਹੀਂ ਹੈ। ਇਹ ਗੁਰਮੁਖ ਪਿਆਰਾ ਘੜੀਏ ਸ਼ਬਦ ਸੱਚੀ ਟਕਸਾਲ, ਇਹ ਦਮਦਮੀ ਟਕਸਾਲ ਨਾਲ ਸਰਦਾਰ ਕੁੰਦਨ ਸਿੰਘ ਜੀ ਧਾਰੀਵਾਲ ਲੰਬੇ ਸਮੇਂ ਤੋਂ ਜੁੜੇ, ਜਿਨ੍ਹਾਂ ਨੇ ਸੱਚਖੰਡ ਵਾਸੀ ਸਤਿਕਾਰਯੋਗ ਸੰਤ ਬਾਬਾ ਕਰਤਾਰ ਸਿੰਘ ਜੀ ਮੁਖੀ ਦਮਦਮੀ ਟਕਸਾਲ, ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ। ਉਪਰੰਤ ਅਮਰ ਸ਼ਹੀਦ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਪਿੰਡਰਾਂ ਵਾਲੇ, ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ। ਧਰਮ ਯੁੱਧ ਮੋਰਚੇ ਵਿੱਚ ਵੀ ਹਿੱਸਾ ਪਾਇਆ, ਜੇਲ੍ਹਾਂ ਵਿੱਚ ਵੀ ਗਏ, ਧਰਮ ਵਾਸਤੇ ਗਏ, ਸਿੱਖ ਵਾਸਤੇ ਗਏ, ਪੰਥ ਵਾਸਤੇ ਗਏ, ਗ੍ਰੰਥ ਵਾਸਤੇ ਗਏ। ਸੋ ਇਸੇ ਤਰ੍ਹਾਂ ਸੱਚਖੰਡ ਵਾਸੀ ਸਤਿਕਾਰਯੋਗ ਸੰਤ ਬਾਬਾ ਠਾਕਰ ਸਿੰਘ ਜੀ ਮੁਖੀ ਦਮਦਮੀ ਟਕਸਾਲ, ਐਸੇ ਮਹਾਂਪੁਰਸ਼ਾਂ ਦੇ ਪਰਥਾਏ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਨੇ, ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ, ਸੋ ਸਾਚੀ ਦਰਗੇ ਹਰ ਜਨ ਬਣੇ। ਐਸੇ ਮਹਾਂਪੁਰਸ਼ ਬ੍ਰਹਮ ਗਿਆਨੀ ਜਿਨ੍ਹਾਂ ਦੀ ਸੰਗਤ ਕੀਤੀ, ਅੱਜ ਆਪ ਸਰਬੱਤ ਸੰਗਤਾਂ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮੌਜੂਦਾ ਮੁਖੀ ਦਮਦਮੀ ਟਕਸਾਲ, ਜੋ ਆਪ ਸਰਬੱਤ ਸੰਗਤਾਂ ਨੂੰ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਗੁਰਬਾਣੀ ਨਾਲ ਜੋੜਨਗੇ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਆਓ ਮਹਾਂਪੁਰਸ਼ਾਂ ਦੇ ਮੁਖਾਰ ਬਿਨ ਤੋਂ ਬਚਨ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਤੋਂ ਉਪਰੰਤ ਪੰਥ ਦੀ ਮਹਾਨ ਹਸਤੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਸਿੰਘ ਸਾਹਿਬ, ਉਹ ਪਹੁੰਚ ਰਹੇ ਹਨ। ਉਹਨਾਂ ਦੇ ਵੀ ਆਪ ਜੀ ਦਰਸ਼ਨ ਕਰੋਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਰਹਿਣ ਨ ਪਾਵਹਿ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੂਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ।
अन्यथा शरणं नास्ति तुमेव शरणं मम तस्मात् कारणं भावेन रक्ष मां परमेश्वर। सज्जन सच्चा पातशाह सिरसां दसाहु जिस पास बैठिया सोहिया सबना दा विसाहु। सतनाम श्री वाहिगुरु साहिब जी। राम कली सद एक ओंकार सतगुर प्रसाद। जग दाता सोए भगत वशल तिह लोए जियो। गुर शब्द समावै अबर न जान कोय जियो। जग दाता सोए। परम सन्मान जो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। आप सरबत संगतां जुगो जुगा टल गरीबन वाड सतगुरु तख्त चबर छत्र दे मालक सतगुरु धन धन सतगुरु श्री गुरु ग्रंथ साहिब सच्चे पातशाह महाराज जी की पावन पवित्र हजूरी विखे जुड़ करके हजूर दे पावन दर्शन करके नतमस्तक हो के सतसंगत दे विच जुड़ के अपने मनुखा जीवन दियां घड़ियां नूं सफल कर रहे हो। गुरप्रवासी महान परोपकारी महान कुर्बानी वाले जीवड़े गुरु घर नूं खालसा पंथ नूं ਅਤੇ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਸਥਾਪਿਤ ਕੀਤੀ ਜਥੇਬੰਦੀ ਦਮਦਮੀ ਟਕਸਾਲ ਨੂੰ ਸਮਰਪਿਤ ਬਹੁਤ ਹੀ ਸਨਮਾਨਯੋਗ ਜਥੇਦਾਰ ਭਾਈ ਕੁੰਨਣ ਸਿੰਘ ਜੀ ਮੁੰਬਈ ਵਾਲੇ ਉਹਨਾਂ ਦੇ ਦੁਸਹਿਰੇ ਦੇ ਸਮਾਗਮ ਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ। राम कली सद बाणी की कथा मन बिरती नूं एकागर करके सरवण करो। साध संगत जी जिहड़ियां गुरमुख आत्मावां हुंदियां गुरु घर दे विच दो ही पक्ष हन, एक सेवा है एक सिमरन है। सिमरन करन वालियां उत्ते भी गुरु दीयां महान रहमतां हुंदियां हन और सेवा करन वालियां ते भी। सरदार कुंदन सिंह जी की बहुत वड्डी सेवा अणथक घालना है और जिमें उन्होंने पता ही हुंदा है कि मैं संसार तो कूच कर जाना है। गुरमुखां नूं अगों ही ये अनुभव हो जाता, आभास हो जाता है कि साडे शरीर की किन्नी क प्रारब्ध है, किन्ने क श्वास, किन्नियां क घड़ियां, किन्ना क समा इस मात लोक ते गुजारना। पंजाब दे विच मैनू मिले, मैनू कहन लगे समय दा कोई पता नहीं हुंदा, जे किते मैं चढ़ाई कर गया मेरे भोग ते राम कली सद बाणी की कथा जरूर करियो। और कहा भी मैनू कहन लगे मैं महापुरखों तो सुनिया सी कि जे राम कली सद बाणी की कथा हो जाए तो महाराज अपने चरणों चो उस प्राणी नूं निवास दे दिंदे है। ये बचन कहंदे मैं कथा विच सुने सी तां मैं तैनूं ये बेनती कीती है। साध संगत जी मैं कश्मीर विच सी जदों ये दुखदायक खबर मैनूं मिली, जो मन चेतना चेते सन सो गाली रब की। इस महान आत्मा का विछोड़ा नहीं होना चाहिए। इहो जिहियां आत्मा साडे पंथ विच, समाज विच, साडी संगत विच लम्मा समा रहनियां चाहिदियां हन,
पर जो वाहिगुरु परमेश्वर का हुक्म है वो अटल है। सो साध संगत जी, उन्होंने दे जीवन बाबत मैं राम कली सद की कथा तो बाद थोड़े मिनट बचन करांगा। उन्होंने दी अंतम इच्छा सी और इस करके आप संगत बड़े प्रेम विच मन नूं एकागर करके राम कली सद बाणी की कथा सुनो। साध संगत जी, ये बाणी कदों उचारण हुई? जिस वक्त धन गुरु अर्जन देव साहिब जी श्री गोविंदवाल साहिब जी तो जो गुरबाणी दीआं पोथियां धन गुरु अमरदास जी ने 2 पोथियां लिखवाइयां सन अपने पोतरे भाई संस राम तो, और वो पोथियां लैके सतगुरु जी ने अमृतसर साहिब आके श्री गुरु ग्रंथ साहिब जी की आद बीड़ तैयार करवाई। जदों सतगुरु जी उदों गए गोंदवाल साहिब पोथियां लैण वास्ते, उदों हजूर फिर अमृत वेले उठ के बौली साहब च इशनान करके नितनेम तो उपरंत समाधि स्थित होने तो उपरंत हजूर तीसरे पातशाह गुरु अमरदास जी का जिथे अंगीठा सी ब्यास के किनारे ते, जिथे धन श्री गुरु रामदास साहब जी का अंगीठा माता भानी जी का अंगीठा बनया होया सी, उन्हां अंगीठियां दा हजूर ने संगत नूं नाल लैके इशनान करवाया और कड़ा प्रसाद की देग मंगा के अरदास की। परिक्रमा करके नमस्कार करके हजूर तीसरे पातशाह जी के अंगीठे पास सज गए। और उस वक्त भाई सुंदर नूं, जो भाई मोहरी का पुत्र है, श्री गुरु अमरदास जी का पोतरा है, उस नूं कोले बुला के पूछया कि श्री गुरु अमरदास जी ने सचखंड जान लग्या अंतिम समय की बचन कीते सन। उदों भाई सुंदर ने यह बाणी उचारण की है। इस बाणी विच ही सतगुरु महाराज जी ने सारा निर्णय किया है। अंते सतगुरु बोलिया, मैं पिछे कीर्तन करया हो निर्वाण जियो, केसो गोपाल पंडित सद्या हो, हर हर कथा पढ़े पुराण जियो। अंतले समय सतगुरु ने की बोल अपने मुखार बिन तो उचारण किते, की बचन उचारण किते कि जदों असी सचखंड प्याना कर जाइए उस तो बाद परमेश्वर की बाणी का कीर्तन करियो, गुरबाणी की कथा करियो विद्वान गुरसिखां नूं बुला के। और फिर नाल की हुक्म किया, सतगुर भाणे अपने बह परिवार सदाया, मत मैं पिछे कोई रोग सी सो मैं मूल ना पाया। कि भाई साडे सचखंड प्याने तो बाद सारे परिवार नूं संगतां नूं साडा खास हुक्म है कि किसी ने रोना नहीं, विरलाप नहीं करना, पिट स्यापा नहीं करना, वाहिगुरु की रजा नूं मिठी करके मनना है। ये सतगुरु जी दे क्रमवार अनुसार जो जो बचन होए भाई सुंदर जी ने उवें ये बाणी उचारण की है। सो इस बाणी की ये अवथानका है। रामकली राग दे विच सद बाणी उचारण की है। सद एक छंत का नाम है जो वैरागमई लय विच गाया जाता है। सद का मतलब हुंदा सदा आउणा। वाहिगुरु परमेश्वर की दरगाह तो जदों सदा आया उदों सतगुरु ने की बचन उपदेश अपने मुखार बिन तो उचारण किए हैं। इसे ही तरह ये सद बाणी रामकली राग दे विच सतगुरु महाराज जी ने उचारण की है, जिसका गायन संतां द्वारा वैराग विच कीता जाता है। वस्तु निर्देश मंगल है। एक ओंकार सारियां दा, एक अद्वैत स्वरूप ओंकार सारियां दा प्रकाशक है। सतगुरां दी प्रसाद कृपा द्वारा प्राप्त हुंदा है। आओ संगत जी सद बाणी की कथा मन बिरती नूं एकागर करके सरवण करो। सारे मिल के आखो सतनाम श्री वाहिगुरु। जग दाता सोए। भाई कीर्तन किदा करना, कथा किदी करनी है?
ਸਿਫਤ ਸਲਾਹ ਕਿਹਦੀ ਕਰਨੀ ਹੈ? ਜੋ ਜਗਤ ਦਾ ਦਾਤਾ ਹੈ, ਸਾਰੇ ਸੰਸਾਰ ਨੂੰ ਰੋਜੀ ਰਿਜ਼ਕ ਇਹ ਦਾਤਾਂ ਦੇਣ ਵਾਲਾ ਹੈ। ਧਰਮ ਅਰਥ ਕਾਮ ਮੋਖ ਇਹ ਦਾਤਾਂ ਦੇਣ ਵਾਲਾ ਹੈ। ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਐਸਾ ਜੋ ਸੋਏ ਉਹ ਵਾਹਿਗੁਰੂ ਪਰਮੇਸ਼ਰ ਹੈ। ਉਸ ਜਗਤ ਦੇ ਮਾਲਕ ਦਾ ਹਮੇਸ਼ਾ ਵਾਸਤੇ ਗਾਇਨ ਗੁਰਬਾਣੀ ਦੇ ਕੀਰਤਨ ਦਾ, ਉਸ ਦੀ ਸਿਫਤ ਸਲਾਹ ਦਾ, ਉਸ ਦੇ ਗੁਣਾਂ ਦਾ ਕਥਾ ਵਿੱਚ ਇਹ ਵਰਣਨ ਕਰਨਾ ਹੈ। ਭਗਤ ਵਤਸਲ ਤਿਹੁ ਲੋਏ ਜੀਓ। ਉਹ ਕਿਹੋ ਜਿਹਾ ਮਹਾਨ ਹੈ, ਭਗਤਾਂ ਦਾ ਵਤਸਲ ਪਿਆਰਾ ਹੈ। ਤਿੰਨੇ ਲੋਕਾਂ ਦੇ ਵਿੱਚ, ਜੀਓ ਦਾ ਅਰਥ ਹੈ ਪਿਆਰਾ ਹੈ, ਪਿਆਰੇ ਉਸ ਦਾ ਪ੍ਰਕਾਸ਼ ਹੈ। ਤਿੰਨੇ ਲੋਕਾਂ ਵਿੱਚ ਉਸ ਦੀ ਜੋ ਹੋਂਦ ਹੈ, ਭਾਵ ਉਸ ਦੀ ਜੋਤ ਹੈ, ਉਹ ਪ੍ਰਕਾਸ਼ਮਾਨ ਰੂਪ ਵਿੱਚ ਹੋ ਰਹੀ ਹੈ। ਸਤ ਚੇਤਨ ਆਨੰਦ ਸਰੂਪ ਉਹ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਬਈ ਜਿਹੜੇ ਭਗਤ ਹਨ, ਜਦੋਂ ਜਗਤ ਦੇ ਦਾਤੇ ਵਾਹਿਗੁਰੂ ਦੀ ਸੋਏ ਉਸ ਦੀ ਭਗਤੀ ਕਰਦੇ ਹੈ, ਉਹਨਾਂ ਦਾ ਤਿੰਨਾਂ ਲੋਕਾਂ ਦੇ ਵਿੱਚ ਜਸ ਰੂਪ ਪ੍ਰਕਾਸ਼ ਫੈਲ ਜਾਂਦਾ, ਸਾਰੇ ਸੰਸਾਰ ਵਿੱਚ ਉਹਨਾਂ ਦੀ ਕੀਰਤੀ ਫੈਲ ਜਾਂਦੀ ਹੈ। ਐਸੀ ਵੀ ਕਿਰਪਾ ਹੁੰਦੀ ਹੈ। ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲਾ ਜੋ ਵਾਹਿਗੁਰੂ ਪਰਮੇਸ਼ਰ ਭਗਤਾਂ ਦਾ ਵਤਸਲ ਪਿਆਰਾ ਹੈ। हे ਪਿਆਰੇ, ਉਸ ਵਾਹਿਗੁਰੂ ਦੇ ਗੁਣ ਗਾਇਆ ਕਰ। ਗੁਰ ਸ਼ਬਦ ਸਮਾਵੈ। ਜੀ ਉਹਨੂੰ ਮਿਲਿਆ ਕਿਵੇਂ ਜਾ ਸਕਦਾ? ਸਤਿਗੁਰੂ ਕਹਿੰਦੇ ਗੁਰ ਸ਼ਬਦ, ਜੋ ਗੁਰੂ ਨੇ ਸ਼ਬਦ ਨਾਮ ਬਾਣੀ ਤੈਨੂੰ ਦਿੱਤੀ ਹੈ, ਉਸ ਵਿੱਚ ਪਹਿਲਾਂ ਆਪਣੇ ਮਨ ਨੂੰ ਸਮਾ, ਭਾਵ ਜੋੜਨਾ ਕਰ, ਲੀਨ ਕਰ। ਜਦੋਂ ਗੁਰ ਸ਼ਬਦ ਦੀ, ਬਾਣੀ ਦੀ, ਨਾਮ ਦੀ, ਅਭਿਆਸ ਦੀ ਕਮਾਈ ਕਰਦਿਆਂ ਕਰਦਿਆਂ ਬਿਰਤੀ ਸਮਾ ਗਈ, ਭਾਵ ਲੀਨ ਹੋ ਗਈ, ਫਿਰ ਵਾਹਿਗੁਰੂ ਜੋ ਸ਼ਬਦ ਬ੍ਰਹਮ ਸਰੂਪ ਵਿਆਪਕ ਹੈ, ਉਸ ਵਿੱਚ ਸਮਾਵੇ ਅਭੇਦਤਾ ਹੋ ਜਾਂਦੀ ਹੈ। ਜਿਹਨੇ ਸਾਰੀ ਜ਼ਿੰਦਗੀ ਨਾਮ ਜਪਿਆ, ਪਰਮੇਸ਼ਰ ਦੀ ਭਗਤੀ ਕੀਤੀ ਹੈ, ਉਹ ਅੰਤ ਨੂੰ ਕਿੱਥੇ ਜਾਂਦਾ ਹੈ? ਜਿਹੀ ਸੁਰਤ ਤੇ ਹੈ ਰਾਹੇ ਜਾਏ। ਜਿਹੋ ਜੀ ਸੁਰਤ, ਜਿਹੋ ਜੇ ਫੁਰਨੇ, ਜਿਹੋ ਜੇ ਖਿਆਲ ਮਨ ਵਿੱਚ ਚੱਲਦੇ ਹੈ, ਅੰਤ ਦੇ ਸਮੇਂ ਰੂਹ ਉਹ ਰਸਤਾ, ਉਹ ਮਾਰਗ ਲੈ ਲੈਂਦੀ ਹੈ। ਇਸੇ ਤਰ੍ਹਾਂ ਭਾਈ ਜੀ ਨੇ ਗੁਰ ਸ਼ਬਦ ਵਿੱਚ ਸਮਾਇਆ ਰਿਹਾ, ਗੁਰ ਸ਼ਬਦ ਵਿੱਚ ਜੁੜਿਆ ਰਿਹਾ, ਨਾਮ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ ਜੁੜਿਆ ਰਿਹਾ, ਉਹ ਵਾਹਿਗੁਰੂ ਵਿੱਚ। ਹੋਰ ਕਿੱਥੇ ਜਾਣਾ ਉਹਨੇ? ਸਤਿਗੁਰੂ ਦੇ ਚਰਨਾਂ ਵਿੱਚ ਜਾਣਾ। ਵਾਹਿਗੁਰੂ ਵਿੱਚ ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਵਾਹਿਗੁਰੂ ਵਿੱਚ ਇਉਂ ਸਮਾ ਜਾਂਦਾ ਹੈ। ਅਵਰ ਨ ਜਾਣੈ ਕੋਇ ਜੀਓ। ਜਿਉ ਹੈ ਪਿਆਰੇ, ਹੋਰ ਕੋਈ ਸਾਧਨ ਦੁਆਰਾ ਪਰਮੇਸ਼ਰ ਨੂੰ ਜਾਣਿਆ ਨਹੀਂ ਜਾ ਸਕਦਾ, ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ। ਅਵਰੋ ਨ ਜਾਣੈ ਸ਼ਬਦ ਗੁਰ ਕੈ। ਮਹਾਰਾਜ ਕਹਿੰਦੇ ਇੱਕ ਗੁਰੂ ਦੇ ਸ਼ਬਦ ਦੁਆਰਾ ਹੀ। ਕਲਯੁਗ ਦੇ ਵਿੱਚ ਨਾਮ ਦੀ ਮਹਿਮਾ ਇਸੇ ਕਰਕੇ ਵੱਡੀ ਹੈ ਕਿ ਨਾਮ ਦੁਆਰਾ ਪਰਮੇਸ਼ਰ ਨੂੰ ਜਾਣਿਆ ਜਾ ਸਕਦਾ ਹੈ। ਹੋਰ ਕੋਈ ਅਵਰ ਸਾਧਨ ਨਹੀਂ ਹੈ ਵਾਹਿਗੁਰੂ ਦੀ ਪ੍ਰਾਪਤੀ ਦਾ। ਏਕ ਨਾਮ ਧਿਆਵਹਿ। ਉਹ ਵੀ ਸ਼ਬਦ ਕਿਹੜਾ? ਗੁਰੂ ਨੇ ਜਿਹੜਾ ਤੈਨੂੰ ਦਿੱਤਾ, ਸ਼ਬਦ ਗੁਰ ਕੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਗਿਆ ਕੀਤੀ ਕਿ 5 ਪਿਆਰੇ ਅੰਮ੍ਰਿਤ ਛਕਾ ਕੇ ਨਾਮ ਬਖਸ਼ਿਸ਼ ਕਰਨਗੇ। ਹੁਣ ਜਣਾ ਖਣਾ ਨਾਮ ਦੇਣ ਦਾ ਵਾਅਦਾ ਕਰਦਾ ਉਹ ਲੋਕ ਨਹੀਂ, ਉਹਨਾਂ ਦੇ ਨਾਮ ਦੁਆਰਾ, ਉਹਨਾਂ ਦੇ ਦਿੱਤੇ ਮੰਤਰਾਂ ਦੁਆਰਾ ਨਹੀਂ। ਭਾਈ ਜੋ ਗੁਰੂ ਨੇ ਨਾਮ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਹਰ ਨਾਮ ਰਸਾਇਣ, ਵਾਹਿਗੁਰੂ ਗੁਰ ਮੰਤਰ ਹੈ। ਜਾਂ ਜਿੰਨੀ ਵੀ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਸ਼ਬਦ ਸਰੂਪ ਹੈ। ਇਸ ਕਰਕੇ ਭਾਈ ਇਸ ਵਾਹਿਗੁਰੂ ਸਰੂਪ ਸਤਿਗੁਰਾਂ ਨੇ ਜੋ ਸ਼ਬਦ ਗੁਰੂ ਨੇ, ਸ਼ਬਦ ਗੁਰੂ ਸਾਨੂੰ ਪ੍ਰਾਪਤ ਹੋਇਆ 5 ਪਿਆਰਿਆਂ ਦੁਆਰਾ, ਉਸ ਦੁਆਰਾ ਇੱਕ ਵਾਹਿਗੁਰੂ ਦੇ ਨਾਮ ਨੂੰ ਸੁਰਤ ਅੰਦਰ ਵਸਾ ਕੇ ਧਿਆਉਣਾ, ਭਾਵ ਸਿਮਰਨ ਕਰਨਾ ਹੈ। ਪ੍ਰਸਾਦ ਨਾਨਕ ਗੁਰੂ ਅੰਗਦ। ਔਰ ਸਤਿਗੁਰੂ ਜੀ ਨੂੰ ਭਾਈ ਸੁੰਦਰ ਕਹਿੰਦੇ ਵੀ ਅਸੀਂ ਬੇਨਤੀ ਕੀਤੀ ਕਿ ਮਹਾਰਾਜ ਇਹ ਤੁਹਾਨੂੰ ਗੁਰਤਾ ਗੱਦੀ ਦੀ ਦਾਤ ਕਿੱਥੋਂ ਮਿਲੀ? ਤਾਂ ਉਸ ਵਕਤ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਪ੍ਰਸਾਦ ਬਖਸ਼ਿਸ਼ ਗੁਰੂ ਅੰਗਦ ਦੇਵ ਜੀ ਦੇ ਉੱਤੇ ਕੀਤੀ। ਇਹ ਕਿਰਪਾ, ਇਹ ਪ੍ਰਸਾਦ, ਇਹ ਬਖਸ਼ਿਸ਼
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਉੱਤੇ ਕਰਨਾ ਕੀਤੀ, ਜੋ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਰਮ ਪਦਵੀ ਪਾਵਹਿ, ਉਹ ਪਰਮ ਪਦਵੀ 12 ਸਾਲ ਸੇਵਾ ਕਰਕੇ ਗੁਰਤਾ ਗੱਦੀ ਦੀ ਅਸੀਂ ਧੰਨ ਗੁਰੂ ਅੰਗਦ ਦੇਵ ਜੀ ਕੋਲੋਂ ਪ੍ਰਾਪਤ ਕੀਤੀ ਹੈ। ਪਹਿਲਾਂ ਕਹਿ ਲੋ ਇਹ ਵਸਤੂ ਨਿਰਦੇਸ਼ ਮੰਗਲ ਸੀ। ਅੱਗੇ ਹੁਣ ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਆ ਕਿ ਸ਼ਬਦ ਦੀ ਕਮਾਈ ਦੀ ਪ੍ਰਸਾਦ ਕਿਰਪਾ ਗੁਰੂ ਨਾਨਕ ਸਾਹਿਬ ਨੇ ਨਾਮ ਦੀ ਦਾਤ, ਨਾਮ ਦਾ ਉਪਦੇਸ਼, ਨਾਮ ਦੀ ਦਾਤ ਵੰਡਣ ਦੀ ਡਿਊਟੀ, ਉਸ ਨਾਮ ਦੀ ਜਿਹੜਾ ਨਾਮ ਜਪ ਕੇ ਪਰਮੇਸ਼ਰ ਵਿੱਚ ਲੀਨ ਹੋਣਾ, ਉਹ ਨਾਮ ਦਾ ਅਧਿਕਾਰ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਕੋਲੋਂ ਪ੍ਰਸਾਦ ਦੇ ਰੂਪ ਵਿੱਚ ਬਖਸ਼ਿਸ਼ ਹੋਈ, ਪ੍ਰਾਪਤ ਹੋਈ। ਧੁਰ ਦਰਗਾਹ ਸੱਚਖੰਡ ਵਿੱਚੋਂ ਮੂਲ ਮੰਤਰ ਮਹਾਰਾਜ ਲੈ ਕੇ ਆਏ, ਉਹੀ ਸ਼ਬਦ ਗੁਰੂ ਅੰਗਦ ਦੇਵ ਜੀ ਨੂੰ ਨਾਮ ਰੂਪ ਵਿੱਚ, ਔਰ ਉਹੀ ਨਾਮ ਦੀ ਦਾਤ ਵੰਡਣ ਦੀ ਪਰਮ ਪਦਵੀ ਹੈ ਗੁਰਤਾ ਗੱਦੀ ਦੇ ਸਮੇਤ। ਇਹ ਨਾਮ ਪਰਮੇਸ਼ਰ ਦਾ ਇਹ ਦਾਤ ਗੁਰਸਿੱਖਾਂ ਦੇ ਉਧਾਰ ਵਾਸਤੇ ਸਾਨੂੰ ਗੁਰੂ ਅੰਗਦ ਦੇਵ ਜੀ ਕੋਲੋਂ ਪ੍ਰਾਪਤ ਹੋਈ ਹੈ। ਆਇਆ ਹਕਾਰਾ ਚੱਲਣ ਵਾਰਾ, ਇਸ ਕਰਕੇ ਹੁਣ ਹਕਾਰਾ ਸੱਦਾ ਆ ਗਿਆ, ਪਰਲੋਕ ਨੂੰ ਜਾਣਦਾ ਸਾਨੂੰ ਵਾਹਿਗੁਰੂ ਦਾ ਹੁਕਮ ਆ ਗਿਆ, ਸੱਦਾ ਸੁਨੇਹਾ ਆ ਗਿਆ, ਵਾਹਿਗੁਰੂ ਦੀ ਦਰਗਾਹ ਨੂੰ ਜਾਣਦਾ। ਹਰ ਰਾਮ ਨਾਮ ਸਮਾਇਆ, ਅਸੀਂ ਹੁਣ ਚੱਲਣ ਨੂੰ ਤਿਆਰ ਹਾਂ, ਸਾਡੀ ਵਾਰੀ ਹੈ, ਸਾਡਾ ਸਮਾਂ ਹੈ। ਦੁਨੀਆ ਮਰਨ ਲੱਗਿਆਂ ਪ੍ਰਲਾਪ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸ਼ਬਦ ਵਿੱਚ ਨਾਮ ਵਿੱਚ ਜੁੜਿਆ ਹੋਇਆ ਉਹ ਆਪਣੇ ਸਮੇਂ ਦੀ ਉਡੀਕ ਚਾਅ ਨਾਲ ਕਰਦਾ ਕਿ ਮੇਰਾ ਸਮਾਂ ਆ ਗਿਆ ਚੱਲਣ ਦਾ। ਇਹ ਸੱਦਾ, ਇਹ ਹੁਕਮ। ਇਸ ਕਰਕੇ ਅਸੀਂ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੁਣ ਚੱਲਣ ਨੂੰ ਤਿਆਰ ਹਾਂ, ਸਾਡਾ ਵੀ ਸਮਾਂ ਹੈ। ਜਗ ਅਮਰ ਅਟਲ ਅਤੋਲ ਠਾਕੁਰ, ਹਰ ਰਾਮ ਨਾਮ ਸਮਾਇਆ। ਇਸ ਕਰਕੇ हे ਗੁਰਸਿੱਖੋ, ਤੁਸੀਂ ਰਮੇ ਪਰਮੇਸ਼ਰ ਜੋ ਹਰੀ ਪਾਪਾਂ ਦਾ ਨਾਸਕ ਹੈ, ਉਸ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਨੂੰ ਜੋੜ ਕੇ ਰੱਖਣਾ। ਇਹ ਸਾਡਾ ਉਪਦੇਸ਼, ਇਹ ਸਿੱਖਿਆ ਤੁਹਾਨੂੰ ਸਾਰਿਆਂ ਨੂੰ ਹੈ। ਜਗ ਅਮਰ ਅਟਲ ਅਤੋਲ ਠਾਕੁਰ, ਜਿੰਨਾ ਵੀ ਸੰਸਾਰ ਮਾਤ ਲੋਕ ਤੇ ਆਇਆ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮਨ ਜਨ ਸੇਵਾ। ਇਹਨੂੰ ਮ੍ਰਿਤੂ ਲੋਕ ਕਿਉਂ ਕਿਹਾ ਜਾਂਦਾ ਹੈ ਸੰਗਤ ਜੀ? ਇੱਥੇ ਜੋ ਵੀ ਜਨਮ ਲੈਂਦਾ ਉਹ ਮ੍ਰਿਤੂ ਨੂੰ ਪ੍ਰਾਪਤ ਕਰਦਾ ਹੈ। ਮ੍ਰਿਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗਈ, ਜਿਉ ਕਾਗਦ ਬੂੰਦਾਰ। ਮਹਾਰਾਜ ਕਹਿੰਦੇ ਵੀ ਨਾਮ ਵਿੱਚ ਇਸ ਕਰਕੇ ਜੁੜਨਾ ਹੈ ਕਿ ਨਾਮ ਔਰ ਪਰਮੇਸ਼ਰ ਅਮਰ ਹੈ ਔਰ ਅਟਲ ਹੈ। ਬਾਕੀ ਸਭ ਸਰੀਰ ਜਿੰਨੇ ਵੀ ਹੈ, ਰਾਮ ਗਇਓ ਰਾਵਨ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜੋ ਸੰਸਾਰ। ਐਸੀ ਹਾਲਤ ਹੈ ਜਗਤ ਦੀ, ਸੰਸਾਰ ਦੀ। ਤਾਂ ਇਸ ਜਗਤ ਵਿੱਚ ਅਮਰ ਮਿਰਤੂ ਤੋਂ ਰਹਿਤ, ਅਟਲ ਟਲਣ ਤੋਂ ਰਹਿਤ, ਅਤੋਲ, ਜਿਹਦਾ ਕੋਈ ਤੋਲ ਕੇ ਮਿਣਤੀ ਕਰਕੇ ਨਹੀਂ ਦੱਸਿਆ ਜਾ ਸਕਦਾ। ਭਗਤ ਤੇ ਹਰ ਪਾਇਆ, ਉਹ ਠਾਕੁਰ ਸੁਆਮੀ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਤੁਸੀਂ ਬਈ ਉਸ ਵਾਹਿਗੁਰੂ ਦੀ ਭਗਤੀ ਕਰਨੀ ਹੈ। ਭਗਤੀ ਦੁਆਰਾ ਹੀ ਉਸ ਨੂੰ ਪ੍ਰਾਪਤ ਕੀਤਾ ਜਾਂਦਾ। ਜਿਨ੍ਹਾਂ ਨੇ ਕਰ ਲਿਆ ਉਹ ਅਮਰ ਹੋ ਗਏ। ਭਗਤ ਵੀ ਅਮਰ ਹੈ ਸੰਸਾਰ ਦੇ ਵਿੱਚ, ਸ਼ਹੀਦ ਵੀ ਅਮਰ ਹੈ, ਗੁਰਸਿੱਖ ਵੀ ਅਮਰ ਹੈ, ਮਹਾਂਪੁਰਖ ਵੀ ਅਮਰ ਹਨ। ਇਸ ਕਰਕੇ ਕਿਉਂਕਿ ਉਹ ਪਰਮੇਸ਼ਰ ਦਾ ਸਰੂਪ ਬਣ ਜਾਂਦੇ ਹੈ। ਕਿਉਂ ਭਾਈ? ਭਗਤੀ ਦੁਆਰਾ ਹੀ ਐਸੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਜੇ ਅਮਰ ਹੋਣਾ ਹੈ। ਹਰ ਭਾਣਾ ਗੁਰ ਭਾਇਆ, ਮਹਾਰਾਜ ਕਹਿੰਦੇ ਇਹ ਭਾਣਾ ਜੋ ਪਰਮੇਸ਼ਰ ਦਾ ਹੁਕਮ ਹੈ। ਇੱਥੇ ਭਾਣਾ ਦਾ ਅਰਥ ਹੁਕਮ ਲੱਗ ਰਿਹਾ। ਹਰੀ ਦਾ ਜੋ ਭਾਣਾ ਹੁਕਮ ਹੈ, ਇਹ ਗੁਰੂ ਨੂੰ ਹਮੇਸ਼ਾ ਹੀ ਭਾਉਂਦਾ ਭਾਵ ਪ੍ਰਵਾਨ ਹੈ। ਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹਮੇਸ਼ਾ ਤੁਰਦੇ ਆ, ਕਿਉਂਕਿ ਆਪ ਪਰਮੇਸ਼ਰ ਸਰੂਪ ਹਨ। ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਮਹਾਰਾਜ ਕਿੱਥੇ ਜਾਓਗੇ? ਭਾਈ ਸੁੰਦਰ ਨੇ ਕਿਹਾ। ਉਸ ਵਕਤ ਭਾਈ ਮੋਹਰੀ ਨੇ ਪੁੱਛਿਆ ਹੁਣ ਕਿੱਥੇ ਜਾਓਗੇ? ਕਹਿਣ ਲੱਗੇ ਭਾਈ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ, ਹਰੀ ਅਕਾਲ ਪੁਰਖ ਹੈ, ਉਹਦੀ ਦਰਗਾਹ ਸੱਚਖੰਡ ਦੇ ਵਿੱਚ, ਉਹਦੀ ਹਜ਼ੂਰੀ ਵਿੱਚ ਜਾਵਾਂਗੇ।
ਇਉਂ ਸੱਚਖੰਡ ਨੂੰ ਜਾਣ ਦਾ ਸਾਡਾ ਸਮਾਂ ਹੈ ਪਿਆਰਿਓ। ਸਤਿਗੁਰ ਕਰੇ ਹਰ ਪਹਿ ਬੇਨਤੀ। ਇਉਂ ਬਈ ਜਿਹੜਾ ਗੁਰਸਿੱਖ ਗੁਰੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਹੈ ਉਹੀ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਔਰ ਜਿਹਨੇ ਭਾਣੇ ਨੂੰ ਸੱਤ ਕਰਕੇ ਮੰਨਿਆ, ਹੁਕਮ ਨੂੰ ਰੱਬੀ ਰਜਾ ਨੂੰ ਸੱਤ ਕਰਕੇ ਮੰਨਿਆ, ਤਤੀ ਲੋਹ ਤੇ ਬੈਠ ਕੇ ਵੀ ਭਾਣਾ ਮੰਨਿਆ, ਗੁਰਸਿੱਖਾਂ ਨੇ ਬੰਦ ਕਟਾ ਕੇ ਵੀ ਭਾਣਾ ਮੰਨਿਆ। ਔਰ ਜਿਹੜੇ ਐਸੇ ਗੁਰਮੁਖ ਹਨ, ਗੁਰਸਿੱਖ ਹਨ, ਉਹ ਕਿੱਥੇ ਜਾਂਦੇ ਆ? ਵਾਹਿਗੁਰੂ ਦੇ ਪਾਸ, ਉਹਦੀ ਹਜ਼ੂਰੀ ਵਿੱਚ, ਸੱਚਖੰਡ ਵਿੱਚ ਜਾਂਦੇ ਹਨ। ਮੇਰੀ ਪੈਜ ਰੱਖੋ ਸਤਿਗੁਰ ਕਰੇ ਹਰ ਪਹਿ ਬੇਨਤੀ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਿ ਅਸੀਂ ਵੀ ਹਰੀ ਪਰਮੇਸ਼ਰ, ਇਹ ਨਿਮਰਤਾ ਬੋਧਕ ਸ਼ਬਦ ਹਨ। ਕਿਉਂ ਇਹ ਨਿਮਰਤਾ ਬੋਧਕ ਸ਼ਬਦ ਹਨ? ਕਿ ਸਿੱਖ ਨੂੰ ਕੋਈ ਸੇਵਾ ਕਰਕੇ, ਸਿਮਰਨ ਕਰਕੇ, ਬਾਣੀ ਪੜ੍ਹ ਕੇ, ਸ਼ੁਭ ਗੁਣਾਂ ਦੀ ਕਮਾਈ ਕਰਦਿਆਂ, ਪਰਉਪਕਾਰ ਕਰਦਿਆਂ ਦੁਨੀਆ ਵਿੱਚ ਜੈ ਜੈਕਾਰ ਹੋਣ ਲੱਗ ਜਾਏ, ਉਹਦੇ ਅੰਦਰ ਹਉਮੈ ਨਾ ਆ ਜਾਏ, ਹੰਗਤਾ ਨਾ ਆ ਜਾਏ। ਹੰਗਤਾ ਹੀ ਪਰਮੇਸ਼ਰ ਤੋਂ ਦੂਰ ਕਰਨ ਵਾਲੀ ਹੈ, ਨਿਰਮਾਣਤਾ ਪਰਮੇਸ਼ਰ ਦੇ ਨਾਲ ਜੋੜਨ ਵਾਲੀ ਹੈ। ਸਾਧ ਸੰਗਤ ਜੀ, ਸਰਦਾਰ ਕੁੰਦਨ ਸਿੰਘ ਜੀ ਐਸੇ ਗੁਰਮੁਖ ਗੁਰਸਿੱਖ ਸਨ ਕਿ ਉਹਨਾਂ ਨੇ ਨਕਲੀ ਨਰਕਧਾਰੀ ਦੇ ਕੇਸ ਵਿੱਚ 13 ਸਾਲ ਤੋਂ ਉੱਤੇ ਜੇਲ੍ਹ ਕੱਟੀ ਦਿੱਲੀ ਵਿੱਚ। ਬਹੁਤ ਲੰਮਾ ਸਮਾਂ ਵੱਖ-ਵੱਖ ਜੇਲ੍ਹਾਂ ਵਿੱਚ ਰਹੇ ਔਰ ਘੱਟੋ ਘੱਟ 18-19 ਸਾਲ ਉਹਨਾਂ ਨਾਲ ਮੇਰਾ ਵੀ ਮਿਲਾਪ ਰਿਹਾ। ਕਦੇ ਉਹਨਾਂ ਨੇ ਅੱਜ ਤੱਕ ਆਪਣੇ ਮੁਖਾਰ ਬਿੰਦ ਤੋਂ ਇਹ ਗੱਲ ਨਹੀਂ ਦੁਹਰਾਈ ਕਿ ਮੈਂ ਦਮਦਮੀ ਟਕਸਾਲ ਲਈ ਜਾਂ ਪੰਥ ਲਈ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਜੇਲ੍ਹ ਕੱਟੀ ਹੈ, ਮੇਰਾ ਕੋਈ ਆਸਾਨ ਹੈ, ਕਦੇ ਵੀ। ਔਰ ਕਦੇ ਕਿਸੇ ਸਨਮਾਨ ਦੀ, ਸਤਿਕਾਰ ਦੀ ਇੱਛਾ ਨਹੀਂ ਰੱਖੀ ਮਨ ਵਿੱਚ, ਨਿਰਮਾਣ ਬਣ ਕੇ ਰਹੇ। ਔਰ ਬੜਾ ਖੁਲਾਸਾ, ਸੱਚਾ ਸੁੱਚਾ ਉਹਨਾਂ ਦਾ ਸੁਭਾਅ, ਦ੍ਰਿੜਤਾ ਵਾਲਾ ਸੁਭਾਅ, ਜੋ ਕੋਈ ਗੱਲ ਕਹਿਣੀ ਮੂੰਹ ਤੇ ਕਹਿ ਦੇਣੀ। ਪਰ ਕਦੇ ਉਹਨਾਂ ਨੇ ਆਪਣੇ ਜੀਵਨ ਵਿੱਚ ਆਪਣੀਆਂ ਸੇਵਾਵਾਂ ਦਾ ਕੋਈ ਕਦੇ ਵੀ ਇਹ ਹਉਮੈ ਨਹੀਂ ਰੱਖੀ ਕਿ ਮੈਂ ਆਹ ਸੇਵਾ ਪੰਥ ਲਈ, ਗੁਰੂ ਲਈ, ਸੰਗਤ ਲਈ, ਜਥੇਬੰਦੀ ਲਈ ਕੀਤੀ ਆ। ਕਦੇ ਮੈਂ ਉਹਨਾਂ ਦੇ ਮੁਖ ਤੋਂ ਨਹੀਂ ਸੁਣਿਆ। ਕਦੇ ਆਪ ਪੁੱਛ ਲੈਣਾ ਤਾਂ ਦੱਸ ਦੇਣਾ, ਪਰ ਕਦੇ ਉਹ ਹਉਮੈ ਨਹੀਂ ਕਰਦੇ ਸਨ। ਕਿਉਂ? ਮਹਾਰਾਜ ਇੱਥੇ ਵੀ ਇਹ ਬਚਨ ਕਰ ਰਹੇ ਹੈ ਕਿ ਗੁਰਸਿੱਖ ਨੇ ਸਤਿਗੁਰੂ ਅੱਗੇ ਬੇਨਤੀ ਕਰਨੀ ਹੈ। ਔਰ ਇਹ ਸਭ ਕੁਝ ਕਰਕੇ ਵੀ ਫਿਰ ਸਤਿਗੁਰੂ ਕਹਿੰਦੇ ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਪਰਮੇਸ਼ਰ ਅੱਗੇ, ਵਾਹਿਗੁਰੂ ਅੱਗੇ, ਜਾਂ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ ਅੱਗੇ। ਮੇਰੀ ਪੈਜ ਰੱਖੋ ਅਰਦਾਸ ਜੀਓ। ਸਾਡੀ ਇਹੀ ਅਰਦਾਸ ਹੈ ਪਿਆਰਿਓ ਕਿ ਮਹਾਰਾਜ ਸਾਡੀ ਇਸ ਲੋਕ ਵਿੱਚ, ਪ੍ਰਲੋਕ ਦੇ ਵਿੱਚ ਪੱਤ ਢੱਕਿਓ, ਇੱਜ਼ਤ ਪੱਤ ਸਾਡੀ ਢੱਕ ਕੇ ਰੱਖਿਓ ਸੱਚੇ ਪਾਤਸ਼ਾਹ। ਗੁਰਸਿੱਖ ਨੇ ਵੀ ਸਦਾ ਹੀ, ਜੇ ਗੁਰਸਿੱਖ ਦੀ ਅਵਸਥਾ ਪਰਮੇਸ਼ਰ ਤੱਕ ਪਹੁੰਚਣ ਦੀ ਹੈ ਨਾ, ਤਾਂ ਵੀ ਸਿੱਖ ਅਰਦਾਸ ਹੀ ਕਰਦਾ ਰਹੇ ਕਿ ਮਹਾਰਾਜ ਲੋਕ ਪ੍ਰਲੋਕ ਵਿੱਚ ਪੱਤ ਢਕਣ ਵਾਲੇ ਤੁਸੀਂ, ਉਹ ਸਾਡੀ ਪੱਤ ਢੱਕ ਕੇ ਰੱਖਣੀ ਹੈ, ਇਹ ਨਿਰਮਾਣਤਾ ਰੱਖਣੀ ਹੈ। ਪੈਜ ਰੱਖੋ ਹਰ ਜਨ ਹੈ ਕੇਰੀ। ਕਿਉਂਕਿ ਪਰਮੇਸ਼ਰ ਆਪਣੇ ਜਨ ਦਾਸਾਂ ਦੀ ਲੋਕ ਪ੍ਰਲੋਕ ਦੇ ਵਿੱਚ ਪੈਜ ਇੱਜ਼ਤ ਰੱਖਦਾ ਹੈ, ਪੱਤ ਢੱਕਦਾ ਹੈ। ਇਹ ਪਰਮੇਸ਼ਰ ਦਾ ਬਿਰਦ ਹੈ। ਹਰ ਦੇਹੋ ਨਾਮ ਨਿਰੰਜਨ। ਔਰ ਹਰੀ ਪਰਮੇਸ਼ਰ ਕੋਲੋਂ ਕੀ ਦਾਤ ਮੰਗਣੀ ਹੈ? ਜੋ ਸ਼ੁੱਧ ਸਰੂਪ ਪਰਮੇਸ਼ਰ ਹੈ ਕਿ ਉਹਦਾ ਨਾਮ ਵੀ ਸ਼ੁੱਧ ਹੈ, ਕਿਉਂਕਿ ਸਾਰੀਆਂ ਮਨ ਦੀਆਂ ਮਾਇਆ ਦੀਆਂ ਮੈਲਾਂ ਨੂੰ ਦੂਰ ਕਰ ਦਿੰਦਾ ਹੈ। ਮਲ ਵਿਵੇਕ, ਮਲ ਵਿਖੇਪ ਜਿੰਨੀਆਂ ਮੈਲਾਂ ਹਨ ਇਹ ਸਾਰੀਆਂ ਨੂੰ ਵਿਰਤ ਕਰ ਦਿੰਦਾ। ਐਸਾ ਨਾਮ ਵਾਹਿਗੁਰੂ ਦਾ ਹਿਰਦੇ ਨੂੰ ਵੀ ਸ਼ੁੱਧ ਕਰ ਦਿੰਦਾ ਹੈ। ਇਸ ਨਾਮ ਦੀ ਦਾਤ ਹੀ ਮੰਗਣੀ ਹੈ। ਤੇ ਦੂਜਾ ਮਹਾਰਾਜ ਸਾਡੀ ਪੱਤ ਢਕੀ ਰਵੇ ਲੋਕ ਪ੍ਰਲੋਕ ਵਿੱਚ, ਅੰਤ ਚੱਲਦਿਆ ਹੋਏ ਬੇਲੀ। ਔਰ ਇਹ ਵੀ ਪੱਤ ਢਕਣ ਦੀ ਅਰਦਾਸ ਕਰਨੀ ਹੈ ਕਿ ਮਹਾਰਾਜ ਅੰਤਲੇ ਸਮੇਂ ਤੇਰਾ ਸਿੱਖ ਨਰਕਾਂ ਨੂੰ ਨਾ ਜਾਵੇ, ਪੱਤ ਢੱਕ ਕੇ ਰੱਖਿਓ ਕਿ ਮਹਾਰਾਜ ਅਸੀਂ ਤੇਰੇ ਸਿੱਖ ਹਾਂ, ਆਪਣੇ ਚਰਨਾਂ 'ਚ ਨਿਵਾਸ ਬਖਸ਼। ਅੱਗਾ ਗਏ ਨਾ ਮੰਨੀਆਂ, ਮਾਰ ਕੱਢੋ ਵੇ ਪੀਰ। ਜਿਹੜੇ ਗੁਰੂ ਵਾਲੇ ਨਹੀਂ ਨਾ ਹੈਗੇ, ਮਨਮੁਖ ਹੈ,
ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ ਮਾਰ ਕੇ ਕੱਢ ਦਿੱਤਾ ਜਾਂਦਾ ਕਿ ਤੁਸੀਂ ਨਗੁਰੇ ਹੋ। ਉਹਨਾਂ ਦੀ ਪੱਤ ਨਹੀਂ ਢਕੀ ਜਾਂਦੀ, ਗੁਰਸਿੱਖ ਦੀ ਪੱਤ ਸਤਿਗੁਰੂ ਢਕਦਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਿਓ, ਇਹ ਵੀ ਅਰਦਾਸ ਕਰਨੀ ਹੈ। ਅੰਤ ਚਲਦਿਆਂ ਹੋਏ ਬੇਲੀ, ਜਦੋਂ ਇੱਥੋਂ ਚੱਲੀਏ ਮਾਤ ਲੋਕ ਤੋਂ ਜਾਈਏ ਤਾਂ ਹੈ ਪਰਮੇਸ਼ਰ ਬੇਲੀ ਮਿੱਤਰ ਦੀ ਜਿਵੇਂ ਮਿੱਤਰ ਸਹਾਇਤਾ ਕਰਦਾ, ਇਉਂ ਮਹਾਰਾਜ ਸਾਡੀ ਸਹਾਈ ਹੋ ਕੇ। ਬੇਲੀ ਉਹ ਹੁੰਦਾ ਜਿਹੜਾ ਦੁੱਖ ਦੇ ਵਿੱਚ ਵੀ ਰੱਖਿਆ ਤੇ ਸਹਾਇਤਾ ਕਰੇ, ਅੱਠੇ ਪਹਿਰ ਨਾਲ ਰਹੇ, ਛੱਡ ਕੇ ਨਾ ਜਾਵੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਿਓ, ਅੰਤ ਦੇ ਸਮੇਂ ਵੀ ਤੁਸੀਂ ਬੇਲੀ ਸਾਥੀ ਬਣ ਕੇ ਸਾਡੀ ਰੱਖਿਆ ਕਰਿਓ। ਲੋਕ ਪ੍ਰਲੋਕ ਵਿੱਚ ਜਮਾ ਆਦਿਕਾਂ ਤੋਂ ਨਰਕਾਂ ਤੋਂ ਜਮਦੂਤ ਕਾਲ ਨਿਖੰਜਨ, ਜੋ ਧਰਮ ਰਾਜੇ ਦੇ ਧਰਮ ਰਾਜੇ ਦੇ ਜੋ ਦੂਤ ਜਮ ਹਨ, ਮੌਤ ਨੂੰ ਲਿਆਉਣ ਵਾਲੇ, ਉਹਦਾ ਜਿਹੜਾ ਭੈ ਹੈ ਉਹ ਨਿਖੰਜਨੋਂ ਕੱਟ ਦਿਓ, ਨਾਸ ਕਰ ਦਿਓ। ਭਾਵ ਜਮਾਂ ਦੇ ਵਸ ਨਾ ਪੈਣ ਦਿਓ, ਜਮਾਂ ਦੀਆਂ ਬੇੜੀਆਂ ਕੱਟ ਦਿਓ, ਨਿਖੰਜਨੋਂ ਕੱਟ ਦਿਓ, ਨਾਸ ਕਰ ਦਿਓ। ਸੱਚੇ ਪਾਤਸ਼ਾਹ ਸਤਿਗੁਰੂ ਕੀ ਬੇਨਤੀ ਪਾਈ, ਸਤਿਗੁਰੂ ਦੇ ਪਾਸ ਇਹ ਬੇਨਤੀ ਅਰਦਾਸ ਹਮੇਸ਼ਾ ਅਰਜ ਰੂਪ ਦੇ ਵਿੱਚ ਪਾਉਣੀ, ਭਾਵ ਚਰਨਾਂ ਵਿੱਚ ਕਰਨੀ ਆ ਜੋਦੜੀ। ਹਰ ਪ੍ਰਭ ਸੁਣੀ ਅਰਦਾਸ ਜੀਓ, ਹਰੀ ਪ੍ਰਭੂ ਸਾਡੀ ਅਰਦਾਸ ਕਿਰਪਾ ਕਰਕੇ ਸੁਣਨਾ ਕਰੋ। ਸੱਚੇ ਪਾਤਸ਼ਾਹ ਅਰਦਾਸ ਵੀ ਕਿਸੇ ਵਿਰਲੇ ਦੀ ਸੁਣੀ ਜਾਂਦੀ ਹੈ, ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ। ਕਿਉਂ ਬਈ ਇਸ ਤਰ੍ਹਾਂ ਪਰਮੇਸ਼ਰ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਹਨ, ਔਰ ਸਤਿਗੁਰੂ ਕਹਿੰਦੇ ਅਸੀਂ ਵੀ ਕਰਦੇ ਹਾਂ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਹਰੀ ਨੇ ਕਿਰਪਾ ਧਾਰਨ ਕੀਤੀ, ਬਖਸ਼ਿਸ਼ ਕੀਤੀ, ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਸਾਨੂੰ ਮਿਲਾਇਆ। ਬੀਬੀ ਅਮਰੋ ਦੇ ਰਾਹੀਂ ਮਿਲਾਪ ਹੋਇਆ ਧੰਨ ਗੁਰੂ ਅਮਰਦਾਸ ਜੀ ਦਾ ਗੁਰੂ ਅੰਗਦ ਦੇਵ ਜੀ ਦੇ ਨਾਲ। ਰਹੋ ਸੰਤ ਹੋਂ ਟੋਲ, ਸਾਧ ਬਹੁਤ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਤ ਮਿੱਠੇ। ਕਿਉਂ ਬਈ ਸਤਿਗੁਰੂ ਨੇ ਜਦੋਂ ਕਿਰਪਾ ਕੀਤੀ ਤਾਂ ਸਤਿਗੁਰੂ ਦਾ ਮਿਲਾਪ ਹੋਇਆ। ਧੰਨ ਧੰਨ ਕਹੈ ਸਾਬਾਸ ਜੀਓ, ਅਸੀਂ ਐਸੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਮਨ ਕਰਕੇ ਵੀ ਧੰਨ ਤੇ ਬਾਣੀ ਕਰਕੇ ਵੀ ਧੰਨ। ਸਾਬਾਸ ਦਾ ਅਰਥ ਹੁੰਦਾ ਧੰਨਤਾ ਦੇ ਯੋਗ, ਜੋ ਹਮੇਸ਼ਾ ਹੀ ਸਵਾਸ ਸਵਾਸ ਕਰਕੇ ਧੰਨਤਾ ਦੇ ਯੋਗ ਹਨ। ਮੇਰੇ ਪਿਆਰੇ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਸਤਿਗੁਰੂ ਨੂੰ ਮਿਲਾਇਆ, ਸਤਿਗੁਰੂ ਨੇ ਅੱਗੇ ਪਰਮੇਸ਼ਰ ਨਾਲ ਮਿਲਾਇਆ, ਐਸੇ ਸਤਿਗੁਰੂ ਸਾਡੇ ਗੁਰੂ ਅੰਗਦ ਦੇਵ ਜੀ ਧੰਨਤਾ ਦੇ ਯੋਗ ਸਨ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਹੁਣ ਮਹਾਰਾਜ ਕਹਿੰਦੇ ਮੇਰੇ ਗੁਰਸਿੱਖੋ, ਮੇਰੇ ਪੁੱਤਰੋ ਭਾਈ, ਮੋਹਣ ਭਾਈ, ਮੋਹਰੀ ਭਾਈ, ਭਰਾਵੋ ਸਾਡਾ ਬਚਨ ਸੁਣਨਾ ਕਰੋ। ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ, ਮੇਰੇ ਹਰੀ ਦਾ ਇਹ ਭਾਣਾ ਹੁਕਮ ਹੈ, ਸੱਦਾ ਹੈ, ਸੁਨੇਹਾ ਹੈ ਕਿ ਹੁਣ ਤੁਸੀਂ ਸਾਡੇ ਪਾਸ ਆ ਜਾਓ, ਸੱਚਖੰਡ ਵਿੱਚ ਆ ਜਾਓ। ਹਰ ਭਾਣਾ ਗੁਰ ਭਾਇਆ, ਕਹਿੰਦੇ ਇਹ ਭਾਣਾ ਇਹ ਹੁਕਮ ਸਾਨੂੰ ਬਹੁਤਾ ਹੀ ਭਾਇਆ, ਚੰਗਾ ਲੱਗਾ। ਪ੍ਰਵਾਨ ਹੈ ਵਾਹਿਗੁਰੂ ਦੀ ਰੱਬੀ ਰਜਾ, ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਜੋ ਮੇਰਾ ਪ੍ਰਭੂ ਵਾਹਿਗੁਰੂ ਪਰਮੇਸ਼ਰ ਕਰੇਗਾ ਉਹ ਵੀ ਧੰਨਤਾ ਦੇ ਯੋਗ ਹੋਏਗਾ। ਇਸ ਕਰਕੇ ਐਸੇ ਵਾਹਿਗੁਰੂ ਨੂੰ ਅਸੀਂ ਧੰਨਤਾ ਦੇ ਯੋਗ ਕਹਿੰਦੇ ਹਾਂ, ਜਿਸ ਵਾਹਿਗੁਰੂ ਨੇ ਸਾਨੂੰ ਸਦਾ ਸੱਚਖੰਡ ਵਿੱਚ ਆਉਣ ਦਾ ਭੇਜਿਆ ਦਿੱਤਾ ਹੈ। ਭਗਤ ਸਤਿਗੁਰ ਪੁਰਖ ਸੋਈ, ਮਹਾਰਾਜ ਅੱਗੇ ਕਹਿੰਦੇ ਭਗਤ ਭਗਤੀ ਕਰਨ ਵਾਲਾ ਸਤਿਗੁਰੂ, ਪੂਰਾ ਸਤਿਗੁਰੂ, ਪੁਰਖ ਮਹਾਪੁਰਖ ਸੋਈ ਉਹ ਹੈ ਸੰਸਾਰ ਦੇ ਅੰਦਰ, ਜਿਸ ਹਰ ਪ੍ਰਭ ਭਾਣਾ ਭਾਵੇ। ਜਿਹਨੂੰ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਲੱਗਦਾ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਆਨੰਦ ਅਨਹਦ ਵਜੇ ਵਾਜੇ, ਭਾਣਾ ਮੰਨਣ ਵਾਲਿਆਂ ਨੂੰ ਅੱਠੇ ਪਹਿਰ ਆਨੰਦ ਹੈ। ਹੱਦ ਤੋਂ ਰਹਿਤ ਨਾਮ ਦੀ ਧੁਨ ਉਹਨਾਂ ਦੇ ਹਿਰਦੇ ਵਿੱਚ ਅੱਠੇ ਪੈਰ ਵੱਜਦੀ ਚਲਦੀ ਰਹਿੰਦੀ ਹੈ। ਹਰ ਆਪ ਗੱਲ ਮਿਲਾਵੇ, ਪਰਮੇਸ਼ਰ ਉਹਨਾਂ ਨੂੰ ਆਪਣੇ ਗੱਲ ਨਾਲ ਮੇਲ ਕੇ ਆਪਣੇ ਵਿੱਚ ਮਿਲਾ ਲੈਂਦਾ, ਭੇਦ ਕਰ ਲੈਂਦਾ। ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਤੁਸੀਂ ਜਿੰਨੇ ਪੁੱਤਰ ਹੋ, ਭਰਾ ਹੋ, ਪਰਿਵਾਰ ਹੋ, ਜਿੰਨਾ ਵੀ ਮਨ ਵੇਖੋ ਕਰਨੇ ਰਜਾਸ ਜੀਓ। ਮੈਂ ਸਾਰੇ ਪਰਿਵਾਰ ਨੂੰ ਇਹ ਬਚਨ ਕਰਦਾ। ਸਤਿਗੁਰੂ ਕਹਿੰਦੇ ਕਿ ਆਪਣੇ ਮਨ ਵਿੱਚ ਨਿਰਣਾ ਕਰਕੇ ਵੇਖਣਾ ਕਰੋ ਪਿਆਰਿਓ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਤੁਰੋ ਵਾਹਿਗੁਰੂ ਦਾ ਜੋ ਪਰਵਾਨਾ ਹੁਕਮ ਲਿਖਿਆ ਹੋਇਆ ਕਿ ਇੰਨਾ ਕੁ ਸਮਾਂ ਮਿਲਿਆ, ਇੰਨਾ ਕੁ ਭੋਗਣਾ,
ਉਹ ਸਾਰਿਆਂ ਨੂੰ ਹੀ ਮੰਨਣਾ ਪੈਂਦਾ ਹੈ। ਸਾਧ ਸੰਗਤ ਜੀ ਵੇਖੋ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਇੱਕ ਮਾਤਾ ਦਾ ਪੁੱਤਰ 23 ਤਾਪ ਨਾਲ ਜਵਾਨੀ ਵਿੱਚ ਚੜ੍ਹਾਈ ਕਰ ਗਿਆ, ਬਿਰਲਾਪ ਕਰਦੀ ਹੈ। ਅੰਮ੍ਰਿਤ ਵੇਲੇ ਹਜੂਰ ਸਮਾਧੀ ਵਿੱਚ ਬੈਠੇ ਆ ਗੋਇੰਦਵਾਲ ਸਾਹਿਬ। ਭਾਈ ਬੱਲੂ ਨੂੰ ਬੁਲਾਇਆ, ਕਹਿਣ ਲੱਗੇ ਸਾਡੀ ਸਮਾਧੀ ਵਿੱਚ ਬਾਰ-ਬਾਰ ਵਿਘਨ ਪੈ ਰਿਹਾ, ਜਾਓ ਪਤਾ ਕਰੋ ਕੌਣ ਰੋ ਰਿਹਾ, ਕਿਉਂ ਇੰਨਾ ਬਿਰਲਾਪ ਹੋ ਰਿਹਾ। ਭਾਈ ਬੱਲੂ ਗਏ, ਕਹਿਣ ਲੱਗੇ ਮਹਾਰਾਜ ਇੱਕ ਮਾਤਾ ਦਾ ਬੱਚਾ ਜਵਾਨ 23 ਤਾਪ ਨਾਲ ਚੜ੍ਹਾਈ ਕਰ ਗਿਆ ਮਹਾਰਾਜ, ਤਾਂ ਮਾਤਾ ਬਿਰਲਾਪ ਕਰਦੀ ਹੈ। ਮਹਾਰਾਜ ਕਹਿਣ ਲੱਗੇ ਹੁਣ ਸਾਡਾ ਨਿਤਨੇਮ ਦਾ ਸਮਾਧੀ ਦਾ ਸਮਾਂ ਹੈ, ਜਾਓ ਮਾਤਾ ਨੂੰ ਚੁੱਪ ਕਰਾਓ, ਉਹਨੂੰ ਆਖੋ ਕਿ ਸਵੇਰੇ ਦੀਵਾਨ ਵਿੱਚ ਲੈ ਕੇ ਆਉਣਾ, ਉਹਦਾ ਦੁੱਖ ਕੱਟਿਆ ਜਾਏਗਾ। ਦੀਵਾਨ ਲੱਗਾ, ਬੱਚੇ ਨੂੰ ਬੰਦਿਆਂ ਨੂੰ ਨਾਲ ਲੈ ਕੇ ਚੁੱਕ ਕੇ ਸਰੀਰ ਲਿਆਂਦਾ। ਮਹਾਰਾਜ ਜੀ ਨੇ ਆਪਣਾ ਸੱਜਾ ਚਰਨ ਦਾ ਅੰਗੂਠਾ ਮੱਥੇ ਨੂੰ ਲਾਇਆ, ਬੱਚਾ ਉੱਠ ਕੇ ਬੈਠ ਗਿਆ। ਬਚਨ ਕੀਤਾ ਮਾਪਿਆਂ ਅੱਗੇ ਪੁੱਤ ਨਾ ਮਰਸੀ, ਕਿ ਜਿੰਨਾ ਚਿਰ ਮਾਤ ਲੋਕ ਤੇ ਅਸੀਂ ਸਰੀਰ ਕਰਕੇ ਰਹਾਂਗੇ, ਗੋਇੰਦਵਾਲ ਸਾਹਿਬ ਵਿੱਚ ਮਾਪਿਆਂ ਦੇ ਅੱਗੇ ਕਿਸੇ ਪੁੱਤਰ ਦੀ ਬੱਚੇ ਦੀ ਮੌਤ ਨਹੀਂ ਹੋਏਗੀ। ਦੇਖ ਪ੍ਰਤਾਪ ਸੁਤ ਭਾਨ ਡਰਿਓ। ਭੱਟਾ ਨੇ ਕਿਹਾ ਕਿ ਹੇ ਗੁਰੂ ਅਮਰਦਾਸ ਜੀ, ਤੁਹਾਡਾ ਇੰਨਾ ਪ੍ਰਤਾਪ ਔਰ ਤਪ ਤੇਜ ਹੈ, ਗੋਇੰਦਵਾਲ ਸਾਹਿਬ 'ਚ 22 ਸਾਲ ਸੂਰਜ ਦਾ ਪੁੱਤਰ ਧਰਮ ਰਾਜੇ ਦੇ ਦੂਤ ਕਿਸੇ ਨੂੰ ਲੈਣ ਵਾਸਤੇ ਨਾ ਆਏ, ਕਿਸੇ ਪਸ਼ੂ ਪੰਛੀ ਤੱਕ ਦੀ ਮੌਤ ਨਹੀਂ ਹੋਈ। ਜਿਹੜੇ ਇੰਨੇ ਸ਼ਕਤੀ ਦੇ ਮਾਲਕ ਹੈ, ਪਰ ਆਪਣੇ ਲਈ ਨਹੀਂ, ਆਪਣੇ ਲਈ ਭਾਣਾ ਹੀ ਮੰਨ ਰਹੇ। ਇਹੀ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਜੋ ਧੁਰੋਂ ਵਾਹਿਗੁਰੂ ਦਾ ਲਿਖਿਆ ਪਰਵਾਨਾ ਹੈ, ਹੁਕਮ ਹੈ, ਉਹ ਫਿਰ ਨਹੀਂ ਸਕਦਾ, ਮੋੜਿਆ ਨਹੀਂ ਜਾ ਸਕਦਾ ਹੈ। ਬਈ ਗੁਰਸਿੱਖੋ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਹੁਣ ਗੁਰੂ ਜਾਣਗੇ ਕਿੱਥੇ? ਹਰੀ ਪਰਮੇਸ਼ਰ ਦੀ ਦਰਗਾਹ ਸੱਚਖੰਡ ਦੇ ਵਿੱਚ ਸਤਿਗੁਰ ਭਾਣਾ ਆਪਣਾ, ਸਤਿਗੁਰਾਂ ਨੇ ਆਪਣੀ ਇੱਛਾ ਆਪਣੇ ਹੁਕਮ ਅਨੁਸਾਰ ਬਹਿ ਪਰਿਵਾਰ ਸਦਾਇਆ, ਸਾਰੇ ਪਰਿਵਾਰ ਨੂੰ ਬੁਲਾਇਆ ਅੰਤਮ ਸਮੇਂ ਸਿੱਖਿਆ ਦੇਣ ਲਈ, ਤੇ ਸਾਰਿਆਂ ਨੂੰ ਕੋਲੇ ਬਿਠਾਇਆ ਹੈ। ਮਤ ਮੈਂ ਪਿਛੈ ਕੋਈ ਰੋਬ ਸੀ, ਪਤਾ ਭੁੱਲ ਕੇ ਵੀ ਕਿਸੇ ਨੇ ਭਾਈ ਰੋਣਾ ਨਹੀਂ ਆ ਕਦੇ ਵਾਸਤੇ ਵੀ। ਸੋ ਮੈਂ ਮੂਲ ਨਾ ਪਾਇਆ, ਸਾਡੇ ਸੱਚਖੰਡ ਤੋਂ ਬਾਅਦ ਜਿਹੜਾ ਰੋਵੇਗਾ, ਪਿੱਟੇਗਾ, ਬਿਰਲਾਪ ਕਰੇਗਾ, ਉਹ ਸਾਨੂੰ ਮੂਲ ਉੱਕਾ ਹੀ ਨਹੀਂ ਚੰਗਾ ਲੱਗੇਗਾ। ਨਿਤ ਪੈਜੈ ਮਿਤ ਬਿਗਸੈ, ਫਿਰ ਪ੍ਰਮਾਣ ਦੇ ਰਿਹਾ, ਜਦੋਂ ਕਿਸੇ ਮਿੱਤਰ ਦੀ, ਕਿਸੇ ਵਿਅਕਤੀ ਦੇ ਮਿੱਤਰ ਦੇ ਅੱਗੇ ਮਿੱਤਰ ਨੂੰ ਕੋਈ ਨਵਾਬ, ਕੋਈ ਰਾਜਾ, ਕੋਈ ਉੱਚੀ ਪਦਵੀ ਵਾਲਾ ਸਿਰੋਂ ਪਾਉ ਪਹਿਜੈ ਪਹਿਨਾਉਂਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਉੱਚੀ ਪਦਵੀ ਤੇ ਵਿਅਕਤੀ ਬਿਠਾਇਆ ਜਾਂਦਾ ਸੀ, ਤਾਂ ਸਮੇਂ ਦੇ ਹਾਕਮਾਂ ਵੱਲੋਂ ਪਹਿਲਾਂ ਉਹਨੂੰ ਪੁਸ਼ਾਕ ਪਹਿਨਾਈ ਜਾਂਦੀ ਸੀ, ਵਿਸ਼ੇਸ਼ ਰੂਪ ਦੇ ਸ਼ਾਹੀ ਪੁਸ਼ਾਕ। ਫਿਰ ਉਹਨੂੰ ਰੁਤਬਾ ਬਾਹਰ ਰੁਤਬਾ ਉਸ ਥਾਂ ਤੇ ਬਿਠਾ ਕੇ ਨਵਾਜਿਆ ਜਾਂਦਾ ਸੀ। ਤੋ ਮਹਾਰਾਜ ਕਹਿੰਦੇ ਵੀ ਜਿਹੜਾ ਮਿੱਤਰ ਦੇ ਮਿੱਤਰ ਨੂੰ ਵੱਡੀ ਪਦਵੀ ਤੇ ਜਾਂਦਿਆਂ ਵੇਖਦਾ, ਜਾਂ ਤਰੱਕੀ ਕਰਦਾ ਵੇਖਦਾ, ਦੁਨੀਆ ਦਾ ਸਨਮਾਨ ਹੁੰਦਾ ਵੇਖਦਾ, ਉਹ ਫਿਰ ਅਸਲੀ ਜਿਹੜਾ ਮਿੱਤਰ ਹੈ ਉਹ ਬਿਗਸੈ ਪ੍ਰਸੰਨ ਹੁੰਦਾ ਕਿ ਮੇਰੇ ਮਿੱਤਰ ਨੂੰ ਬਹੁਤ ਵੱਡਾ ਮਾਣ ਮਿਲਿਆ। ਮਿੱਤ ਪਹਿਜੈ ਮਿੱਤ ਬਿਗਸ। ਮਿੱਤਰ ਨੂੰ ਜਦੋਂ ਪਹਿਨਾਇਆ ਜਾਂਦਾ ਸਿਰੋਂ ਪਾਉ ਪਦਵੀ ਜਾਂ ਉੱਚੀ ਥਾਂ ਕੋਈ ਵੀ ਰੁਤਬਾ ਪ੍ਰਾਪਤ ਹੁੰਦਾ, ਤਾਂ ਮਿੱਤਰ ਬਿਗਸੈ ਪ੍ਰਸੰਨ ਹੁੰਦਾ। ਉਹ ਖੁਸ਼ ਹੁੰਦਾ ਕਿ ਮੇਰੇ ਮਿੱਤਰ ਦਾ ਮਰਾਤਬਾ ਵੱਡਾ ਹੋਇਆ ਹੈ। ਜਿਸ ਮਿੱਤ ਕੀ ਪੈਜ ਭਾਵੇ, ਜਿਹਨੂੰ ਆਪਣੇ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੈ ਕਿ ਮੇਰੇ ਮਿੱਤਰ ਦਾ ਮਾਣ ਸਨਮਾਨ ਦੁਨੀਆ ਵਿੱਚ ਹੋਰ ਵੱਡੇ ਤੋਂ ਵੱਡਾ ਭਾਵ ਬਹੁਤੇ ਤੋਂ ਬਹੁਤਾ ਹੋਵੇ। ਅੱਜ ਕੱਲ ਸੰਸਾਰ ਦੀ ਹਾਲਤ ਇਹ ਹੈ, ਨਾਲ ਹੀ ਤੁਰੇ ਫਿਰਦੇ ਆ, ਨਾਲ ਹੀ ਮਿੱਤਰਤਾ ਦਾ ਇਜ਼ਹਾਰ ਕਰਦੇ, ਅੰਦਰੋਂ ਬੁਰਾ ਸੋਚਦੇ ਆ। ਉਹ ਕਾਹਦੇ ਮਿੱਤਰ ਹਨ ਬਈ? ਮਿੱਤਰ ਉਹੀ ਹੈ ਜਿਹੜਾ ਅੰਦਰੋਂ ਬਾਹਰੋਂ ਆਪਣੇ ਮਿੱਤਰ ਦੀ ਸੁੱਖ ਮੰਗਦਾ ਹੈ, ਭਲਾ ਲੋਚਦਾ ਹੈ।
ਮਹਾਰਾਜ ਕਹਿੰਦੇ ਜਿਵੇਂ ਮਿੱਤਰ ਨੂੰ ਆਪਣੇ ਮਿੱਤਰ ਦੀ ਇੱਜ਼ਤ ਪਾਉਂਦੀ ਹੈ, ਚੰਗੀ ਲੱਗਦੀ ਹੈ, ਉਹ ਪ੍ਰਸੰਨ ਹੁੰਦਾ ਆਪਣੇ ਮਿੱਤਰ ਦੀਆਂ ਤਰੱਕੀਆਂ ਵੇਖ ਕੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਇਹ ਪੁੱਤਰੋ ਭਰਾਵੋ ਤੁਸੀਂ ਵਿਚਾਰ ਕਰਕੇ ਦੇਖਣਾ ਕਰੋ ਚੰਗੀ ਤਰ੍ਹਾਂ। ਹਰ ਸਤਿਗੁਰੂ ਪੈ ਨਾਵੇ, ਹਰੀ ਸਤਿਗੁਰੂ ਪਰਮੇਸ਼ਰ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਦਾ ਸਿਰੋਂ ਪਾਉ ਸਾਨੂੰ ਬਖਸ਼ਿਆ। ਇਸ ਮਾਤ ਲੋਕ ਦੇ ਉੱਤੇ ਵੀ ਬਹੁਤ ਵੱਡੀ ਰਹਿਮਤ ਕੀਤੀ, ਇਹ ਮਹਾਨ ਪਦਵੀ ਨਾਲ ਸਾਨੂੰ ਵਡਿਆਇਆ। ਔਰ ਹੁਣ ਹਰੀ ਪਰਮੇਸ਼ਰ ਸਾਨੂੰ ਸੱਚਖੰਡ ਦਾ ਚੋਲਾ, ਸੱਚਖੰਡ ਦੀ ਪੁਸ਼ਾਕ ਪਹਿਨਾਉਣ ਜਾ ਰਿਹਾ ਸੱਚੇ ਪਾਤਸ਼ਾਹ। ਔਰ ਸਾਨੂੰ ਸੱਚਖੰਡ ਦੇ ਵਿੱਚ ਅਕਾਲ ਪੁਰਖ ਦਾ ਤਖਤ ਪ੍ਰਾਪਤ ਹੋਣ ਜਾ ਰਿਹਾ। ਇਸ ਕਰਕੇ ਤੁਸੀਂ ਰੋਣਾ ਨਹੀਂ, ਪ੍ਰਸੰਨ ਹੋਣਾ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਹੈ। ਸਤਿਗੁਰੂ ਪ੍ਰਤੱਖ ਹੋਦਾ, ਸਤਿਗੁਰਾਂ ਨੇ ਪ੍ਰਤੱਖ ਆਪਣੇ ਸਰੀਰ ਦੇ ਹੁੰਦਿਆਂ ਹੋਇਆਂ ਬਹਿ ਰਾਜ ਆਪ ਟਿਕਾਇਆ। ਆਪ ਰਾਜ ਜੋਗ ਦੇ ਤਖਤ ਉੱਤੇ ਟੇਕ ਕੇ ਬੈਠ ਕੇ ਧੰਨ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਬਿਠਾਇਆ। ਇਹ ਗੁਰਤਾ ਗੱਦੀ ਰਾਜ ਜੋਗ ਦਾ ਤਖਤ ਬਖਸ਼ਿਆ। ਸਭ ਸਿੱਖ ਬੰਦਪ ਪੁੱਤ ਭਾਈ, ਇਸੇ ਤਰ੍ਹਾਂ ਜਿੰਨੇ ਵੀ ਸਾਰੇ ਸਿੱਖ ਸੰਗਤਾਂ, ਬੰਦਪ ਸੰਬੰਧੀ, ਪੁੱਤਰ ਭਰਾ ਜਿੰਨੇ ਵੀ ਤੁਸੀਂ ਹੋ, ਜਿਵੇਂ ਸਾਨੂੰ ਟਿਕਾਇਆ ਗੁਰਤਾ ਗੱਦੀ ਦੇ ਤਖਤ ਉੱਤੇ, ਸਿੰਘਾਸਨ ਉੱਤੇ ਨਵਾਜਿਆ, ਬੈਠਾਇਆ, ਇਹ ਰਾਜ ਜੋਗ ਦਾ ਤਖਤ ਸਾਨੂੰ ਬਖਸ਼ਿਆ। ਇਸੇ ਤਰ੍ਹਾਂ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਗੋਇੰਦਵਾਲ ਸਾਹਿਬ ਰਾਮਦਾਸ ਪੈਰੀ ਪਾਇਆ, ਸਾਰਿਆਂ ਨੂੰ ਕਿਹਾ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਰਾਜ ਜੋਗ ਦਾ ਤਖਤ ਧੰਨ ਗੁਰੂ ਰਾਮਦਾਸ ਜੀ ਨੂੰ ਦਿੱਤਾ। ਔਰ ਸਾਰੀਆਂ ਸੰਗਤਾਂ ਨੂੰ ਬਚਨ ਕੀਤਾ ਕਿ ਅੱਜ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਚੌਥੀ ਜੋਤ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ। ਸਾਰੇ ਇਹਨਾਂ ਦੇ ਚਰਨੀ ਪਾਓ, ਸਾਰੇ ਇਹਨਾਂ ਦੇ ਚਰਨੀ ਲੱਗੋ। ਸਾਰੀਆਂ ਸੰਗਤਾਂ ਤੋਂ ਨਮਸਕਾਰ ਕਰਵਾਈ, ਆਪ ਪ੍ਰਕਰਮਾ ਕਰਕੇ 5 ਪੈਸੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਸੱਚੇ ਪਾਤਸ਼ਾਹ ਜੀ ਨੇ। ਅੰਤੇ ਸਤਿਗੁਰ ਬੋਲਿਆ, ਫਿਰ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਕਹੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੇ ਕੇ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ। ਸਾਡੇ ਤੋਂ ਬਾਅਦ ਨਿਰਵਾਣ ਇੱਕ ਰਸ, ਨਿਰਵਾਣ ਦੁੱਖਾਂ ਤੋਂ ਰਹਿਤ ਪਰਮੇਸ਼ਰ ਦੀ ਜੋ ਬਾਣੀ ਹੈ, ਐ ਗੁਰਸਿੱਖੋ ਪਿਆਰਿਓ ਉਹਦਾ ਕੀਰਤਨ ਕਰਿਓ। ਕੇਸੋ ਗੋਪਾਲ ਪੰਡਤ ਸੱਦਿਆ ਹੋ, ਕੇਸੋ ਕੰਕ ਸੇਤੀ ਕੇਸਵਾ, ਜਲਾਂ ਵਿੱਚ ਸੈਨ ਕਰਨ ਵਾਲਾ ਜੋ ਪਰਮੇਸ਼ਰ ਹੈ, ਗੋ ਪ੍ਰਿਥਵੀ ਦਾ ਪਾਲਕ ਜੋ ਪਰਮੇਸ਼ਰ ਹੈ, ਉਸ ਨੂੰ ਜਾਣਨ ਵਾਲੇ ਤਤਵੇਤਾ ਜੋ ਪੰਡਤ ਹਨ। ਪੰਡਤ ਦਾ ਅਰਥ ਹੁੰਦਾ ਗਿਆਨਵਾਨ, ਜੋ ਐਸੇ ਮਹਾਂਪੁਰਖ ਗਿਆਨਵਾਨ ਹਨ, ਗੁਰਬਾਣੀ ਦੇ ਗਿਆਤੇ, ਪਰਮੇਸ਼ਰ ਦੇ ਨਾਮ ਵਿੱਚ ਅਭੇਦ ਜੁੜੇ ਹੋਏ ਗੁਰਸਿੱਖ ਜਿਹੜੇ ਹਨ, ਪੰਡਾ ਬੁੱਧੀ ਵਾਲੇ ਭਾਵ ਗਿਆਨੀ ਮਹਾਂਪੁਰਖ ਗਿਆਨਵਾਨ ਅਵਸਥਾ ਨੂੰ ਜਿਹੜੇ ਪ੍ਰਾਪਤ ਹਨ। ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਉਹਨਾਂ ਨੂੰ ਬੁਲਾਇਓ, ਉਹਨਾਂ ਨੂੰ ਬੁਲਾ ਕੇ ਪਰਮੇਸ਼ਰ ਦੀ ਬਾਣੀ ਦੀ ਕਥਾ ਪੜ੍ਹਨੀ ਭਾਵ ਕਰਨੀ ਹੈ। ਜੋ ਪ੍ਰਾਣਾ ਤੋਂ ਪਿਆਰਾ ਪਰਮੇਸ਼ਰ ਹੈ, ਉਸ ਵਾਹਿਗੁਰੂ ਦੀ ਬਾਣੀ ਦੀ ਕਥਾ ਕਰਨੀ ਔਰ ਸੁਣਨੀ ਹੈ। ਸਾਧ ਸੰਗਤ ਜੀ, ਇਹ ਸਿੱਖਿਆ ਸਤਿਗੁਰਾਂ ਨੇ ਸਾਨੂੰ ਦਿੱਤੀ। ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਕਿਰਿਆ ਸਹਿਤ ਸਿੱਖ ਸੰਸਕਾਰੇ, ਪੂਰੀ ਮਰਜ਼ਾਦਾ ਨਾਲ ਉਹਦਾ ਸੰਸਕਾਰ ਕਰਨਾ, ਕੀਰਤਨ ਸੋਹਲੇ ਦਾ ਪਾਠ, ਅਰਦਾਸ, ਗੁਰੂ ਘਰ ਆ ਕੇ ਕੜਾਹ ਪ੍ਰਸ਼ਾਦੀ ਦੇ ਕਰਕੇ ਅਲਾਣੀਆਂ ਦਾ ਪਾਠ, ਸਹਿਜ ਪਾਠ ਪ੍ਰਾਰੰਭ ਕਰਨਾ, 10ਵੇਂ ਦਿਨ ਭੋਗ ਪਾਉਣਾ, ਔਰ ਜੈ ਸ੍ਰੀ ਦੀ ਵਾਰ ਸਹਿਸ ਕੀਰਤੀ ਬਾਣੀ ਦੀ ਕਥਾ ਕਰਨੀ 10 ਦਿਨ, 7 ਬਾਣੀਆਂ ਦਾ ਨਿਤਨੇਮ 10 ਦਿਨ ਉਹਦੇ ਨਿਮਿਤ ਕਰਨਾ। ਇਹ ਮਰਜ਼ਾਦਾ ਹੈ ਸਤਿਗੁਰੂ ਜੀ ਨੇ ਸਥਾਪਿਤ ਕੀਤੀ ਹੈ ਗੁਰਸਿੱਖ ਦੀ ਅੰਤਮ ਸਮੇਂ ਲਈ। ਸੋ ਮਰਜ਼ਾਦਾ ਦਾ ਹੀ ਵਰਣਨ ਇੱਥੇ ਭਾਈ ਸੁੰਦਰ ਕਰ ਰਹੇ ਹੈ ਕਿ ਸਤਿਗੁਰੂ ਨੇ ਕੀਰਤਨ ਔਰ ਕਥਾ ਕਰਨ ਦੀ ਆਗਿਆ ਕੀਤੀ ਸੀ। ਹੋਰ ਕੋਈ ਕਿਸੇ ਤਰ੍ਹਾਂ ਦੇ ਕਰਮ ਕਾਂਡ ਨਹੀਂ ਕਰਨ ਵਾਸਤੇ ਆਖਿਆ ਸੀ ਸੱਚੇ ਪਾਤਸ਼ਾਹ ਨੇ। ਪੁਰਾਣ ਪੁਰਾਣਾ ਦੀ ਕਥਾ ਦਾ ਵਾਚਕ ਨਹੀਂ, ਪੁਰਾਣ ਹੁੰਦਾ ਪ੍ਰਾਣਾ ਤੋਂ ਪਿਆਰਾ ਜੋ ਵਾਹਿਗੁਰੂ ਪਰਮੇਸ਼ਰ ਹੈ। ਇੱਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਬਹੁਣ ਜਨਮ ਨਾ ਆਵਾ।
हे प्यारिਓ ਉਹਦੀ ਕਥਾ ਕਰਨੀ ਆ, ਗੁਰਸਿੱਖਾਂ ਨੂੰ ਸੁਣਾਉਣੀ ਆ। ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ। ਹਰੀ ਦੀ ਕਥਾ ਪੜ੍ਹਨੀ, ਵਿਚਾਰਨੀ ਔਰ ਕਰਨੀ, ਸੁਣਾਉਣੀ ਤੇ ਨਾਮ ਸੁਣਨਾ, ਕੀਰਤਨ ਸੁਣਨਾ ਹੈ। ਬੇਬਾਨ ਹਰ ਰੰਗ ਗੁਰ ਭਾਵੇ। ਕੋਈ ਬਿਮਾਨ ਨਹੀਂ ਕੱਢਣਾ। ਬੇਦੁੱਖਾਂ ਤੋਂ ਬਾਣ ਜੋ ਰਹਿਤ ਪਰਮੇਸ਼ਰ ਹੈ, ਉਸ ਹਰੀ ਪਰਮੇਸ਼ਰ ਦਾ ਰੰਗ ਪ੍ਰੇਮ ਹੀ ਸਾਨੂੰ ਸਭ ਤੋਂ ਚੰਗਾ ਲੱਗਦਾ। ਜਦੋਂ ਕੀਰਤਨ ਕਥਾ ਕਰੋਗੇ ਤੁਹਾਡੇ ਤੇ ਪਰਮੇਸ਼ਰ ਦੇ ਹਰੀ ਦਾ ਰੰਗ ਚੜ ਜਾਏਗਾ, ਫਿਰ ਗੁਰੂ ਨੂੰ ਭਾ ਜਾਓਗੇ। ਐਸਾ ਫਿਰ ਤੁਹਾਡਾ ਜੀਵਨ ਬਾਣ ਦੁੱਖਾਂ ਤੋਂ ਬੇਰਹਿਤ ਹੋ ਜਾਏਗਾ। ਐਸੀ ਕਿਰਪਾ ਹੋਏਗੀ ਕੀਰਤਨ ਕਥਾ ਕਰਨ ਦੇ ਨਾਲ। ਤੇ ਜਿਹੜੀ ਆਤਮਾ ਦੇ ਨਿਮਿਤ ਕੀਰਤਨ ਕਥਾ ਹੋ ਰਿਹਾ ਉਹਦੇ ਵੀ ਦੁੱਖ ਛੁੱਟ ਜਾਂਦੇ ਆ। ਉਹ ਵੀ ਭਾਈ ਜੇ ਭੁੱਲ ਭੁਲੇਖੇ ਨਰਕਾਂ ਦੇ ਵਿੱਚ ਕਿਸੇ ਗੁਨਾਹ ਵਸ ਪੈ ਜਾਏ, ਮਹਾਰਾਜ ਉਹਨੂੰ ਵੀ ਨਰਕਾਂ ਵਿੱਚੋਂ ਕਾਢੀ ਨਰਕ ਤੇ ਤੂੰ ਕੱਢ ਦਿੰਦੇ ਆ। ਬਾਣੀ ਹੀ ਸਹਾਇਤਾ ਕਰਦੀ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਜਹ ਮਾਤ ਪਿਤਾ ਸੁਖਮੀਤ ਨਾ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਈ। जय महाभयान तप्त बहु काम तय हर के नाम की तुम ऊपर छाओ। बाणी मृतक प्राणी दे निमित जेड़ी तुसी सेवा उहदे निमित करदे हो, लंगर चलाउंदे हो, वस्त्र दिंदे हो, गुरु घर दीयां सेवावां करदे हो, संगत दी सेवा करदे हो, करनी भी चाहिदी है ते उहदा फल तुहानूं मिलना। जिस माँ बाप ने सारी जिंदगी तुहानूं कमा के दिता, उस माँ बाप के निमित्त जे सेवा नहीं करते फिर भाई ये दोष लगता। इस करके संगत की सेवा भी करनी, लंगर प्रसाद यथाशक्ति जिन्नी समर्था होवे हर तरह करके सेवा करनी। क्यों महाराज कहते भाई वो गुरु नूं भा जांदा है, जिहदे निमित्त वो गुरु दे दर ते प्रवान हुंदा है, जिन्हों वाहिगुरु दे दर दा रंग लग गया, प्रेम लग गया है। पिंड पतल किरिया दीवा। महाराज पिंड भराइए पतला दईए, होर किरिया बारी तेरी, दीवे तारीए फुल पाइए। महाराज कहते नहीं, पिंड पतल किरिया दीवा। पिंड केड़े भराउणे है, पतला केड़ियां देनियां हन, किरिया केड़ी करनी है, सतगुरु महाराज दस रहे हैं। गोपाल परमेश्वर का जो नाम है, ਇਹਦਾ ਜਿਹੜਾ ਜਪਣਾ, चिंतन करना, अभ्यास करना, ये पिंड भरने है, पिंड देने है। व्याख्या करन दा समा नहीं भी पिंडो जौ के आटे के निमित्त सनातन धर्म दे विच वट के वो पानी दे विच जां तारे जांदे है, जां उदान निमित्त कीता जांदा रह विचार। केसो परमेश्वर दे नाम दे पिंड देने है, भाव नाम जपना है। पतला गोपाल परमेश्वर का नाम जपन रूप पतला ही देनिया, संगत नूं लंगर छका दिओ। सो इस करके बई गोपाल परमेश्वर दे नाम दियां पतला देनी किरिया। गुरसिख ने बारी तेरी नहीं 10वें दिन दुसहरा करना, और होर कोई कपाल क्रिया आदक नहीं करनी है। दीवा केड़ा जाऊं जगाउणा, दीवा मेरा एक नाम दुख विच पाया ते, और फुल हर सर पावे। हरि दे सार सदर्श जो गुरु की संगत है, इहदे विच प्रफुल्लित होके जुड़ना, यही फुल पाउणे हन। बाकी मर्यादा कीरतपुर साहिब गुरसिख दा अंगीठा पाउण दी है, होर किते नहीं। इस करके भाई सर संगत दे विच, संगत रूप सरोवर दे विच हरि दे सदर्श जेड़ा कीर्तन सुनना, कथा करनी है, कथा सुननी है, प्रफुल्लित होके यही फुल हन। हर भाया सतगुर बोलिया। सतगुरु नूं जो भाया सतगुरु ने ओही बचन कहे अंतिम समय। हर मिलिया पुरख सुजान जियो। जिन्हां नूं भाई हरि परमेश्वर मिल गया ओही सुजान श्रेष्ठ हन, ओही पूर्ण पुरख हन। प्यारिओ नाम दी कमाई द्वारा रामदास सोढ़ी तिलक दिया। धन गुरु रामदास जी नूं सोढ़ वंश वाले सतगुरां नूं गुरता गद्दी दा तिलक दे के सतगुरु जी ने गुर शब्द सच निशान जियो। ये हुक्म निशान हुक्म कर दिता कि गुर शब्द दा अगों तुसी खजाना संगतां नूं वंडना है। गुरु दे शब्द दा सच्चा निशान, हुक्म रूप निशान
ਮਸਤਕ ਦੇ ਵਿੱਚ ਪ੍ਰਗਟ ਕਰ ਦਿੱਤਾ। ਧੰਨ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਤਿਗੁਰ ਪੁਰਖ ਜੇ ਬੋਲਿਆ, ਜੋ ਪੂਰਨ ਸਤਿਗੁਰਾਂ ਨੇ ਬਚਨ ਕਹੇ ਸੱਚਖੰਡ ਜਾਣ ਵੇਲੇ। ਗੁਰ ਸਿੱਖਾਂ ਮੰਨ ਲਈ ਰਜਾਏ ਜੀਓ, ਗੁਰ ਸਿੱਖਾਂ ਨੇ ਸਾਰੀ ਰਜਾ ਆਗਿਆ ਮੰਨ ਲਈ। ਸਤਿਗੁਰਾਂ ਦੇ ਹੁਕਮਾਂ ਅੱਗੇ ਸਾਰੇ ਨਤਮਸਤਕ ਹੋਏ। ਮੋਹਰੀ ਪੁੱਤ ਸਨਮੁਖ ਹੋਇਆ, ਭਾਈ ਮੋਹਰੀ ਸਨਮੁਖ ਹੋਇਆ। ਉਸ ਵਕਤ ਸਤਿਗੁਰਾਂ ਦੀ ਆਗਿਆ ਮੰਨੀ, ਬਚਨ ਮੰਨਿਆ। ਰਾਮਦਾਸਾ ਪੈਰੀ ਪਾਏ ਜੀਓ। ਮਹਾਰਾਜ ਕਹਿਣ ਲੱਗੇ, ਭਾਈ ਮੋਹਰੀ ਗੁਰਤਾ ਗੱਦੀ ਤਾਂ ਨਹੀਂ ਚਾਹੀਦੀ, ਕੋਈ ਹੋਰ ਸੁੱਖ, ਕੋਈ ਦਾਤ? ਕਹਿਣ ਲੱਗੇ ਨਹੀਂ ਮਹਾਰਾਜ, ਗੁਰਤਾ ਗੱਦੀ ਜਿਹੜੇ ਯੋਗ ਆ ਉਹਨਾਂ ਨੂੰ ਤੁਸੀਂ ਬਖਸ਼ਿਸ਼ ਕੀਤੀ ਆ, ਅਸੀਂ ਤੁਹਾਡੇ ਵੀ ਇਹਨਾਂ ਦੇ ਵੀ ਸੇਵਕ ਬਣ ਕੇ ਰਹਾਂਗੇ। ਇਸ ਕਰਕੇ ਭਾਈ ਮੋਹਰੀ ਸਨਮੁਖ ਹੋਇਆ। ਸਨਮੁਖ ਬਣਨਾ ਬੜਾ ਕਠਿਨ ਹੈ। ਭਾਈ ਮੋਹਰੀ ਸਤਿਗੁਰੂ ਜੀ ਦੀ ਆਗਿਆ ਅੱਗੇ ਸਨਮੁਖ ਹੋ ਕੇ ਨਤਮਸਤਕ ਹੋਇਆ। ਰਾਮਦਾਸਾ ਪੈਰੀ ਪਾਏ ਜੀਓ। ਮਨ ਵਿੱਚ ਮਾਣ ਨਹੀਂ ਆਇਆ ਕਿ ਮੈਂ ਗੁਰੂ ਪੁੱਤਰ ਹਾਂ। ਸੇਵਕ ਬਣ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨੀ ਪੈ ਗਏ। ਪਿਆਰਿਓ, ਇੰਨੀ ਆਗਿਆ ਮੰਨੀ ਆਪਣੇ ਸਤਿਗੁਰੂ ਜੀ ਦੀ। ਸਭ ਪਵੈ ਪੈਰੀ ਸਤਿਗੁਰੂ ਕੇਰੀ। ਫਿਰ ਬਾਰੀ ਬਾਰੀ ਸਾਰੀਆਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਪਈਆਂ। ਸਭ ਨੇ ਮੱਥਾ ਟੇਕਿਆ। ਸਤਿਗੁਰਾਂ ਨੇ ਕਿਹਾ, ਹੁਣ ਸਾਡਾ ਸਰੂਪ ਗੁਰੂ ਨਾਨਕ ਸਾਹਿਬ ਜੀ ਦੀ ਚੌਥੀ ਜੋਤ ਸ੍ਰੀ ਗੁਰੂ ਰਾਮਦਾਸ ਜੀ ਹਨ। ਸਾਰੇ ਇਹਨਾਂ ਨੂੰ ਨਮਸਕਾਰ ਕਰੋ। ਸਾਰਿਆਂ ਨੇ ਭਾਈ ਨਮਸਕਾਰਾਂ ਕੀਤੀਆਂ। ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਨੇ ਆਪਣਾ ਆਪਾ ਸਰੂਪ ਹਿਰਦੇ ਵਿੱਚ ਰੱਖਿਆ, ਟਿਕਾਇਆ, ਆਪਣੀ ਜੋਤ ਟਿਕਾਈ ਹੈ। ਕੋਈ ਕਰ ਬਖੀਲੀ ਨਿਵੈ ਨਾਹੀ। ਰੱਖਿਆ, ਟਿਕਾਇਆ ਧੰਨ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ। ਜਿਹੜੇ ਕੋਈ ਬਖੀਲੀ ਈਰਖਾ ਕਰਕੇ ਨਿਵੇ ਨਹੀਂ, ਝੁਕੇ ਨਹੀਂ ਉਸ ਸਮੇਂ। ਫਿਰ ਸਤਿਗੁਰੂ ਆਣ ਨਿਵਾਇਆ। ਮੁੜ ਕੇ ਫਿਰ ਸਤਿਗੁਰੂ ਨੇ ਝੁਕਾ ਦਿੱਤੇ। ਬਾਬਾ ਮੋਹਨ ਨੂੰ ਕਿਹਾ, ਤੂੰ ਟੇਕ ਮੱਥਾ। ਕਹਿੰਦੇ ਨਹੀਂ। ਇੱਕ ਜਵਾਈ ਦੂਜਾ ਸੇਵਕ ਬਣ ਕੇ ਨੌਕਰਾਂ ਦੀ ਤਰ੍ਹਾਂ ਕੰਮ ਕਰਦਾ ਸੀ, ਮੈਂ ਇਹਨੂੰ ਮੱਥਾ ਟੇਕਾਂ? ਮਹਾਰਾਜ ਕਹਿੰਦੇ, ਤੈਨੂੰ ਅਫਾਰਾ ਹੋ ਗਿਆ ਆਪਣੀ ਤਪੱਸਿਆ ਦਾ, ਸਾਧਨਾ ਦਾ, ਰਿੱਧੀਆਂ ਸਿੱਧੀਆਂ ਦਾ। ਤੇਰਾ ਇਹ ਹਉਮੈ ਹੰਕਾਰ ਅਫਾਰਾ। ਇਹਨਾਂ ਦੇ ਪੁੱਤਰ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਜਦੋਂ ਪੰਜਵੇਂ ਸਤਿਗੁਰੂ ਗੁਰਤਾ ਗੱਦੀ ਦੇ ਮਾਲਕ ਬਣ ਗਏ ਨਾ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕੇਗਾ, ਫਿਰ ਇਹ ਮਾਣ ਦਾ, ਹੰਕਾਰ ਦਾ ਅਫਾਰਾ ਤੇਰਾ ਦੂਰ ਹੋਏਗਾ। ਫਿਰ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਗੋਇੰਦਵਾਲ ਸਾਹਿਬ ਗਏ, ਬਾਬਾ ਮੋਹਨ ਜੀ ਨੇ ਕੀਰਤਨ ਸੁਣ ਕੇ ਉਹ ਪੋਥੀਆਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁਰਦ ਕਰਕੇ ਮੱਥਾ ਟੇਕਿਆ। ਫਿਰ ਨਵਾਇਆ, ਝੁਕਾ ਦਿੱਤਾ ਤੀਜੀ ਥਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ। ਜਿਹੜੇ ਵੀ ਕੋਈ ਈਰਖਾ ਵਖੀਲੀ ਕਰਕੇ ਨਹੀਂ ਨਿਵੇ, ਫਿਰ ਉਹ ਝੁਕਾ ਦਿੱਤੇ। ਸਤਿਗੁਰੂ ਦਾ ਐਸਾ ਪ੍ਰਤਾਪ ਹੈ। ਹਰ ਗੁਰ ਹੈ ਭਾਣਾ ਦੀ ਵਡਿਆਈ। ਇਹ ਗੁਰਾਂ ਨੂੰ ਭਾ ਗਈ ਧੰਨ ਗੁਰੂ ਰਾਮਦਾਸ ਜੀ ਦੀ ਸੇਵਾ ਔਰ ਆਗਿਆ ਤੇ ਹੁਕਮ। ਸਰੀਕਾਂ ਨੇ ਤਾਨੇ ਦਿੱਤੇ ਕਿ ਸੋਢ ਵੰਸ਼ ਦਾ ਤੂੰ ਹੋ ਕੇ ਇਹਨਾਂ ਦਾ ਜਵਾਈ ਬਣ ਕੇ ਨੌਕਰਾਂ ਵਾਂਗੂ ਇਹਨਾਂ ਦੇ ਘਰ ਵਿੱਚ ਤੂੰ ਟੋਕਰੀਆਂ ਢੋਂਦਾ ਫਿਰਦਾ। ਜਦੋਂ ਲਾਹੌਰ ਤੋਂ ਆਏ ਤੇ ਨਾਲ ਲੈ ਕੇ ਤੀਸਰੇ ਪਾਤਸ਼ਾਹ ਜੀ ਦੇ ਪਾਸ ਚਲੇ ਗਏ। ਕਹਿੰਦੇ, ਜਵਾਈ ਇਸ ਗੱਲ ਲਈ ਬਣਾਇਆ ਸੀ ਕਿ ਤੂੰ ਟੋਕਰੀਆਂ ਢਵਾਉਣੀਆਂ? ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਨਹੀਂ, ਜਿਹੜੀ ਤੁਹਾਨੂੰ ਮਿੱਟੀ ਦੀ ਟੋਕਰੀ ਦਿੰਦੀ ਆ ਨਾ ਸਿਰ ਤੇ, ਇਹ ਇਹਨਾਂ ਦੇ ਸੀਸ ਉੱਤੇ ਛਤਰ ਝੂਲ ਰਿਹਾ ਗੁਰਤਾ ਗੱਦੀ ਦਾ। ਜਿਹੜੀ ਮਿੱਟੀ ਦਿਖਾਈ ਹੈ, ਚੰਦਨ ਕੇਸਰ ਸੰਗਤਾਂ ਪਾ ਰਹੀਆਂ ਹਨ। ਤੁਹਾਡੀ ਦ੍ਰਿਸ਼ਟੀ ਸੰਸਾਰਕ ਹੈ, ਤੁਸੀਂ ਉਸ ਦ੍ਰਿਸ਼ਟੀ ਨਾਲ ਨਹੀਂ ਤੱਕ ਰਹੇ ਹੋ। ਇਸ ਕਰਕੇ ਬਈ ਸਾਰਿਆਂ ਨੂੰ ਝੁਕਾ ਦਿੱਤਾ। ਜਿਹੜੀ ਸੇਵਾ ਸਤਿਗੁਰੂ ਜੀ ਨੇ ਕੀਤੀ ਉਹ ਭਾ ਗਈ। ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਵਡਿਆਈ ਗੁਰਤਾ ਗੱਦੀ ਦੀ ਦਾਤ ਚੌਥੇ ਪਾਤਸ਼ਾਹ ਜੀ ਨੂੰ ਆਪਣੇ ਹੱਥੀ ਬਖਸ਼ੀ। ਧੁਰ ਲਿਖਿਆ ਲੇਖ ਰਜਾਏ ਜੀਓ। ਇਹ ਧੁਰੋਂ ਲੇਖ ਲਿਖਿਆ ਸੀ, ਵਾਹਿਗੁਰੂ ਦੀ ਰਜਾ ਹੁਕਮ ਸੀ। ਜਬ ਵਰਦਾਨ ਪੁਰਾਤਨ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਇਉਂ ਇਹ ਮਹਾਰਾਜ ਦੀ ਰਜਾ ਨਾਲ ਹੀ ਸਾਰੀਆਂ ਬਖਸ਼ਿਸ਼ਾਂ ਹੋਈਆਂ ਚੌਥੇ ਸਤਿਗੁਰਾਂ ਤੇ। ਕਹੈ ਸੁੰਦਰ ਸੁਣੋ ਸੰਤੋ। ਭਾਈ ਭਗਤ ਸੁੰਦਰ ਜੀ ਕਹਿੰਦੇ ਆ, ਹੇ ਸੰਤੋ ਗੁਰਸਿੱਖੋ, ਸੁਣਨਾ ਕਰੋ ਧਿਆਨ ਨਾਲ। ਸਭ ਜਗਤ ਪੈਰੀ ਪਾਏ ਜੀਓ। ਸਾਰਾ ਸੰਸਾਰ ਹੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨੀ ਪਾ ਦਿੱਤਾ। ਐਸ ਬਖਸ਼ਿਸ਼ ਦੇ ਨਾਲ ਨਵਾਜਿਆ। ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨੂੰ
ਭਾਵ ਗੁਰੂ ਅਰਜਨ ਦੇਵ ਜੀ ਨੂੰ ਦੱਸ ਰਹੇ ਹਨ ਭਾਈ ਸੁੰਦਰ ਜੀ। ਸੋ ਬਈ ਜਿਹੜੀ ਧੁਰੋਂ ਲੇਖ ਵਾਹਿਗੁਰੂ ਦੀ, ਗੁਰੂ ਦੀ ਸੇਵਾ ਦਾ, ਗੁਰੂ ਦੀਆਂ ਬਖਸ਼ਿਸ਼ਾਂ ਦਾ, ਗੁਰੂ ਦੇ ਦਰ ਤੋਂ ਵਡਿਆਈ ਦਾ ਪਰਮੇਸ਼ਰ ਨੇ ਲਿਖਿਆ ਹੋਇਆ ਹੈ, ਉਹ ਪ੍ਰਾਪਤ ਹੁੰਦਾ ਭਾਗਾਂ ਵਾਲਿਆਂ ਨੂੰ। ਸਰਦਾਰ ਕੁੰਨਣ ਸਿੰਘ ਜੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਤੋਂ ਕਥਾ ਸੁਣੀ ਜਦੋਂ ਮੁੰਬਈ ਵਿੱਚ ਆਏ ਔਰ ਐਸਾ ਰੰਗ ਲੱਗਾ, ਉਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਔਰ ਐਸਾ ਜੁੜੇ ਜਥੇਬੰਦੀ ਦੇ ਨਾਲ, ਸੰਗਤ ਨਾਲ, ਗੁਰੂ ਨਾਲ, ਪੰਥ ਨਾਲ, ਅਖੀਰਲੇ ਸਵਾਸ ਤੱਕ ਜੁੜੇ ਰਹੇ। ਸਰਦਾਰ ਕੁੰਨਣ ਸਿੰਘ ਐਸਾ ਗੁਰਮੁਖ ਸਿੱਖ ਸੀ, ਕਦੇ ਉਹਨੇ ਸਾਧ ਸੰਗਤ ਦਮਦਮੀ ਟਕਸਾਲ ਦੀ ਵਾਹੀ ਲੀਕ ਨਹੀਂ ਟੱਪੀ। ਇੰਨਾ ਸਮਰਪਿਤ ਜੀਵਨ। ਔਰ ਫਿਰ ਮਹਾਂਪੁਰਖ ਅਮਰ ਸ਼ਹੀਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮਹਾਂਪੁਰਖ ਨੂੰ ਨਿਹੰਗ ਕਹਿ ਕੇ ਬੁਲਾਉਂਦੇ ਸਨ। ਮੇਰਾ ਖਿਆਲ ਸਮੁੱਚੇ ਪੰਥ ਵਿੱਚ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਇੱਕ ਸਿੰਘ ਨਿਹੰਗ ਸੀ, ਉਹ ਭਾਈ ਕੁੰਨਣ ਸਿੰਘ ਸੀ। ਕਹਿੰਦੇ ਮੈਨੂੰ ਆਪਣੇ ਸਾਦੇ ਸ਼ਬਦਾਂ ਵਿੱਚ ਕਿਹਾ ਕਰਦੇ, ਕਹਿੰਦੇ ਬਾਬਾ ਜਰਨੈਲ ਸਿੰਘ ਜੀ ਨੇ ਕਹਿਣਾ, ਨਿਹੰਗਾ ਕਿੱਧਰ ਆਇਆ? ਇੰਨਾ ਪ੍ਰੇਮ ਮਹਾਂਪੁਰਖ ਕਰਦੇ ਸਨ, ਦਿਲੋਂ ਸਤਿਕਾਰ। ਕਹਿੰਦੇ ਇੱਕ ਦਿਨ ਦਾਦਰ ਸ੍ਰੀ ਗੁਰੂ ਸਿੰਘ ਸਭਾ ਮੁੰਬਈ ਵਿਖੇ ਮਹਾਂਪੁਰਖ ਉਤਲੀ ਮੰਜ਼ਲ ਤੇ, ਜਿੱਥੇ ਸਿੰਘਾਂ ਦੇ ਆਸਨ ਸਨ, ਇੱਕ ਕਮਰੇ ਵਿੱਚ ਮਹਾਂਪੁਰਖਾਂ ਦਾ ਆਸਨ ਸੀ। ਦਿਨੇ ਬਰਾਜੇ ਹੋਏ ਸੀ, ਥੱਕੇ ਬਹੁਤ ਹੋਏ ਸਨ। ਮੈਨੂੰ ਆਪ ਸੁਣਾਇਆ ਬਚਨ, ਕਾਫੀ ਸਿੰਘਾਂ ਨੂੰ ਸੁਣਾਇਆ ਉਹਨਾਂ ਨੇ। ਕਹਿੰਦੇ ਸੰਤਾਂ ਦਾ ਇਹ ਬਚਨ ਸੀ ਵੀ ਕੋਈ ਵੀ ਮੈਨੂੰ ਆ ਕੇ ਦਰਵਾਜ਼ਾ ਨਾ ਖੜਕਾਵੇ, ਨਾ ਬੁਲਾਵੇ, ਜਿੰਨਾ ਚਿਰ ਮੈਂ ਆਪ ਨਾ ਦਰਵਾਜ਼ਾ ਖੋਲਾਂ। ਬਾਹਰ ਭਾਈ ਜੋਗਿੰਦਰ ਸਿੰਘ ਰੋਡਿਆਂ ਵਾਲੇ ਪਹਿਰੇ ਤੇ ਸਨ, ਪਿੱਛੇ ਚੜ੍ਹਾਈ ਕਰ ਗਏ। ਉਹ ਮਾਨਾਂ ਵਾਲੇ ਕਾਂਡ ਵਿੱਚ ਬਹੁਤ ਸਖਤ ਫੱਟੜ ਹੋਏ ਸਨ, ਜੋਧਪੁਰ ਜੇਲ੍ਹ ਵਿੱਚ ਵੀ ਰਹੇ। ਕਹਿੰਦੇ ਉਹਨੇ ਰੋਕਿਆ ਪਰ ਮੈਂ ਹਟਿਆ ਨਹੀਂ, ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਕੀ ਵੇਖਿਆ। ਕਹਿੰਦੇ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਚਿੱਤਰ ਬਣਿਆ ਹੋਇਆ, ਫੋਟੋ ਬਣੀ, ਤਸਵੀਰ ਬਣੀ ਹੋਈ ਹੈ ਕਿ ਹਜ਼ੂਰ ਮਾਛੂਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਰਾਣਾ ਤੇ ਹੱਥ ਵਿੱਚ ਤੇਗ ਫੜੀ ਬਰਾਜੇ ਹੋਏ ਆ। ਕਹਿੰਦਾ ਮੈਨੂੰ ਸੰਤਾਂ ਦੇ ਚਿਹਰੇ ਤੋਂ ਇੰਨਾ ਨੂਰ, ਜਿਵੇਂ ਹਜ਼ਾਰਾਂ ਸੂਰਜ ਚਮਕਦੇ ਹੋਣ, ਇਉਂ ਚਿਹਰਾ ਚਮਕ ਰਿਹਾ ਸੀ। ਦਰਸ਼ਨ ਹੋਏ ਤੇ ਮੈਂ ਮਹਾਂਪੁਰਖਾਂ ਨੂੰ ਫਤਿਹ ਬੁਲਾਈ, ਉੱਠ ਕੇ ਬੈਠ ਕੇ। ਕਹਿੰਦੇ ਨਿਹੰਗਾ ਕਿੱਧਰ ਆਇਆ? ਮੈਂ ਫਿਰ ਕਹਿੰਦੇ ਬੇਨਤੀ ਕੀਤੀ, ਜੀ ਆਹ ਕਾਰਨ ਸਨ, ਘੇਰਾ ਪਿਆ ਹੋਇਆ ਔਰ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਆਪ ਜੀ ਦੱਸੋ ਕੀ ਹੁਕਮ ਹੈ। ਸੋ ਸਾਧ ਸੰਗਤ ਜੀ, ਸੰਤਾਂ ਮਹਾਂਪੁਰਖਾਂ ਨੂੰ ਜਦੋਂ ਇੱਥੋਂ ਘੇਰੇ ਦੇ ਵਿੱਚੋਂ ਮੁੰਬਈ ਦੀਆਂ ਸੰਗਤਾਂ ਨੇ, ਸਿੰਘਾਂ ਨੇ ਕੱਢਣ ਵਿੱਚ ਸੇਵਾ ਨਿਭਾਈ, ਉਹਨਾਂ ਵਿੱਚ ਭਾਈ ਕੁੰਨਣ ਸਿੰਘ ਜੀ ਦਾ ਬਹੁਤ ਵੱਡਾ ਰੋਲ ਹੈ। ਫਿਰ ਨਕਲੀ ਨਰਕ ਧਾਰੀਏ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਜ਼ਾ ਸਨਮਾਨਯੋਗ ਸਿੰਘ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸੰਗਤ ਵਿੱਚ ਬੈਠੇ ਹੈ ਤਾਂ ਉਹਨਾਂ ਦੇ ਸਾਥੀ ਹੈ, ਨਾਲ ਰਹੇ ਹੈ। ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ, ਬਹੁਤ ਵੱਡੀ ਸੇਵਾ ਕੀਤੀ। ਮਹਾਰਾਜ ਸਾਹਿਬ ਨੇ ਇਹੋ ਜਿਹੀ ਸੇਵਾ ਕਿਸੇ ਸਿੱਖ ਤੋਂ ਨਹੀਂ ਲਈ ਜਿਹੜੀ ਸਿੰਘ ਸਾਹਿਬ ਜੀ ਤੋਂ ਲਈ। ਉਸ ਸੇਵਾ ਵਿੱਚ ਭਾਈ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ ਸੀ। 13 ਸਾਲ ਤੋਂ ਉੱਤੇ ਅਰਸਾ ਆਪ ਜੇਲ੍ਹ ਵਿੱਚ ਰਹੇ। ਭਾਈ ਕੁੰਨਣ ਸਿੰਘ ਜੀ, ਬੱਚੇ ਛੋਟੇ ਛੋਟੇ ਸਨ, ਪਰਿਵਾਰ ਕਿੰਨੇ ਵਿਖੜੇ ਸਮੇਂ ਦਾ ਸਾਹਮਣਾ ਕਰ ਰਿਹਾ ਸੀ, ਪਰ 13 ਸਾਲ ਡੋਲੇ ਨਹੀਂ, ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾ ਕੀਤੀ। ਜੇਲ੍ਹ ਵਿੱਚੋਂ ਆ ਕੇ ਫੇਰ ਤਤਪਰ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ, ਉਹਨਾਂ ਦੇ ਨਾਲ ਵੀ ਉਦੋਂ ਮਾਹੌਲ ਕੁਝ ਇਸ ਤਰ੍ਹਾਂ ਦਾ ਸੀ। ਸਿੰਘਾਂ ਨੇ ਕਥਾ ਕਰਦਿਆਂ ਕਈ ਵਾਰੀ ਸੰਤ ਬਾਬਾ ਗੁਰਬਚਨ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਦਾ ਨਾਂ ਲੈ ਦੇਣਾ, ਸੰਤ ਬਾਬਾ ਜਰਨੈਲ ਸਿੰਘ ਜੀ ਵੇਲੇ ਕਥਾ ਵਿੱਚ ਚੁੱਪ ਕਰ ਜਾਣਾ। ਸਰਦਾਰ ਕੁੰਨਣ ਸਿੰਘ
बाबा जी कोले गए, सारे जथे नूं बिठा लिया। बकरौली की गल दसदे आ, ਸਿੰਘਾਂ ने सुनाई। सरदार कुंदन सिंह कहन लगे भी ਸਿੰਘੋ तुसीं मुंबई विच संत बाबा जरनैल सिंह जी का संगत विच नाम लैण लगे, तुहानूं बड़ा डर आउंदा, करंट लगदा, कोई विपता आ जाएगी। असी जेड़ा भी कट लिया, सब कुछ कट लिया, असी बाबे जरनैल सिंह नूं अज तक हिरदे विच नहीं छड्डिया। तुसीं तां उन्हां दी जथेबंदी विच रहिंदे हो, क्यों नहीं संतां दा नाम लैंदे तुसीं कथा विच? ते उस वक्त फिर बाबा जी ने भी सारे ਸਿੰਘਾਂ नूं घूरिया, कहंदे जदों कथा करो जे महापुरखों का किते जिक्र करो तो संत बाबा जरनैल सिंह जी का भी जिक्र करया करो। इन्ना समर्पित जीवन। सो साध संगत जी, फिर बाबा जी दे महापुरख बाबा ठाकर सिंह जी दे सचखंड प्याने तो बाद 19 साल लगातार दास नाल भी दमदमी टकसाल दे मुੱਢ नाल जुड़ के हमेशा समर्पित रह के सेवा की। इन्नी सेवा करनी बड़ी औखी है। जदों महापुरखों वालों कोई गड्डियां दा हुक्म आ जाना, तुरंत नवीं गड्डियां दी सेवा कर देनी, माया दी सेवा कर देनी। जे ਸਿੰਘਾਂ नूं संभालण दा कोई हुक्म आ गया, ਸਿੰਘਾਂ नूं सांभना कदे ना उन्हां दे मुख ते नहीं वेखी सी। साध संगत जी, ये पुराने सिंह मुंबई दे थंम सन। बाबा धर्म सिंह जी अमेरिका विच जो जथे दे बहुत पुराने सिंह मैनू कहन लगे फोन ते, कश्मीर विच कहंदे जथेदार चढ़ाई कर गया। मैं कहा हाँ जी। कहंदे जथेदार कुन्नन सिंह नहीं किसी ने बन जाना, जथेदार जथेदार ही सी। बहुत जथेबंदी ने इस गल का बड़ा सारे पुराने ਸਿੰਘਾਂ विच बड़ा ही दुख है, बहुत वड्डा घाटा पिया। ये पुराने ਸਿੰਘ सन जिन्हां ने जथेबंदी दी बिखड़े समय में सेवा की। सरदार तेजा सिंह, इस तरह बजुर्ग सरदार मिल्खा सिंह, सरदार कुलवंत सिंह, सरदार बाबा दलीप सिंह, सरदार जगीर सिंह, सरदार जोगिंदर सिंह पल्ला। ये पुराने ਸਿੰਘਾਂ की बहुत वड्डी देन है। मुसीबतां विच भी डोले नहीं, दुखां विच भी घबराए नहीं, डट के सेवा करते रहे। सो साध संगत जी, ऐसी महान आत्मा का विछड़ जाना, जिथे परिवार लई, मुंबई की संगत लई बहुत वड्डा घाटा, उत्थे दमदमी टकसाल जथेबंदी नूं भी बहुत वड्डा घाटा कि असीं अपना अज हीरा गवा लिया। इस धरती तो ये दुख, ये घाटा मैं बयान करके नहीं दस सकता। महाराज किरपा करन, सच्चे पातशाह इहो जे गुरमुख पंथ नूं समर्पित, गुरु नूं समर्पित, गुरु साहब के सत्कार लई सेवा करन वालियां इहो जिहियां आत्मावां पंथ विच समय समय आउंदियां रहण, तां कि पंथ दी चढ़दी कला नाल सेवा हुंदी रहे। सो साध संगत जी, उन्हां दियां सेवावां दा वर्णन करन लगीए तां बहुत समा लग सकदा, समय तो अगे जाना ठीक नहीं। सन्मानयोग सिंह साहिब ज्ञानी रणजीत सिंह जी साबका जथेदार श्री अकाल तख्त साहब, उन्होंने उन्हां नाल बहुत स्नेह सी जथेदार जी का, और उन्हां दियां तां हड्ड बीतियां कह लो, बहुत प्रेम सी। और सिंह साहब का बहुत सत्कार करते सन सरदार कुन्नन सिंह जी। सो साध संगत जी, उन्होंने भी तुहाडे सन्मुख संगतां नूं गुरमत दे बचन सुणाउने हन। सो मैं इस तो अगे ना जावां, तुहानू अगली पीढ़ी नूं बेनती करदा कि जिवें तुहाडे बजुर्गां ने दमदमी टकसाल नाल पंथ नाल चट्टान वांगू खड़ के सेवा कीती, तुहाडे लई पूरने पा के गए, उन्हां वांगू आपां तुरना, उन्हां वांगू दृढ़ता और दलेरी रखनी है। सरदार कुन्नन सिंह ने दृढ़ता भी पूरी रखी, दलेरी भी रज के, और सबर भी ते सेवा भी। ये चार गुणां दा सुमेल सरदार कुंदन सिंह सन। दृढ़ता, दलेरी, सबर और सेवा, ये गुण किसी विरले विच हुंदे। सो साध संगत जी, मैं जिवें अगे कहा भी जिथे टकसाल ने लीक वाहती, वो सरदार कुन्नन सिंह ने नहीं अपनी जिंदगी विच टप्पी अज तक, अखीरले श्वास तक। जो बचन कहता जथेबंदी वालों,
ਉਸ ਅੱਗੇ ਸਿਰ ਝੁਕਾਇਆ, ਵਿਚਾਰ ਦੇ ਦੇਣਾ ਔਰ ਮੂੰਹ ਤੇ ਕਹਿ ਵੀ ਦੇਣਾ ਵੀ ਇਹ ਗੱਲ ਮੈਨੂੰ ਠੀਕ ਨਹੀਂ, ਪਰ ਜੇ ਦੁਬਾਰਾ ਉਲਟ ਕੇ ਕਹਿਣਾ ਨਹੀਂ ਜਥੇਦਾਰ ਜੀ ਇਸੇ ਤਰ੍ਹਾਂ ਕਰਨਾ, ਫਿਰ ਕਹਿਣਾ ਸਤ ਬਚਨ। ਇਹ ਹੁੰਦੀ ਹੈ ਸਮਰਪਿਤ ਭਾਵਨਾ। ਸਮਰਪਿਤ ਵਾਲੀਆਂ ਆਤਮਾਵਾਂ ਵਿਰਲੀਆਂ ਹੁੰਦੀਆਂ। ਸੋ ਸਾਧ ਸੰਗਤ ਜੀ, ਮੈਂ ਸਾਰੀ ਸੰਗਤ ਵਿੱਚ ਐਸੀ ਗੁਰਮੁਖ ਆਤਮਾ ਦੇ ਵਿਛੜ ਜਾਣ ਦਾ ਬਹੁਤ ਡਾਢਾ ਘਾਟਾ ਮਹਿਸੂਸ ਕਰਦੇ ਹਾਂ। ਮਹਾਰਾਜ ਕਿਰਪਾ ਕਰੇ, ਤੁਸੀਂ ਅਰਦਾਸ ਕਰੋ ਉਹਨਾਂ ਦੇ ਬੱਚੇ ਉਹਨਾਂ ਵਾਂਗੂ ਹੀ ਅੱਗੇ ਗੁਰੂ ਘਰ ਦੀ ਸੰਗਤ ਦੀ ਪੰਥ ਦੀ ਸੇਵਾ ਕਰਨ, ਔਰ ਸਾਰੀ ਮੁੰਬਈ ਦੀ ਸੰਗਤ ਉਸੇ ਤਰ੍ਹਾਂ ਦ੍ਰਿੜਤਾ ਨਾਲ ਸੇਵਾ ਵਿੱਚ ਲੱਗੀ ਰਹੇ। ਮੈਂ ਭਾਈ ਹਰਪ੍ਰੀਤ ਸਿੰਘ ਜੀ ਪੱਲਾ, ਭਾਈ ਗੁਰਪ੍ਰੀਤ ਸਿੰਘ, ਭਾਈ ਪਰਮਜੀਤ ਸਿੰਘ ਜੋ ਖਾਰਗਰ ਗੁਰੂ ਘਰ ਦੇ ਪ੍ਰਧਾਨ ਵੀ ਹੈ, ਇਸੇ ਹੀ ਤਰ੍ਹਾਂ ਸਾਡੇ ਮੁੰਬਈ ਸੁਪਰੀਮ ਸਿੱਖ ਕੌਂਸਲ ਦੇ ਚੇਅਰਮੈਨ ਨੌਜਵਾਨ ਸਰਦਾਰ ਜਸਪਾਲ ਸਿੰਘ ਜੀ ਸਿੱਧੂ, ਸਰਦਾਰ ਪ੍ਰਤਾਪ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਬਹੁਤ ਪੁਰਾਣੇ ਸਿੰਘ ਅੱਜ ਸੰਗਤ ਵਿੱਚ ਆਏ ਹੈ। ਭਾਈ ਹੀਰਾ ਸਿੰਘ ਜੀ, ਹੋਰ ਬੇਅੰਤ ਸੰਗਤ ਹੈ। ਸਭ ਦਾ ਹੀ ਮੈਂ ਰੋਮ ਕਰਕੇ ਭਾਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਧੰਨਵਾਦ ਕਰਦਾ। ਤੁਸੀਂ ਦਰਸ਼ਨ ਦਿੱਤੇ ਹੈ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਹਰ ਗੁਰ ਹੈ ਭਾਣਾ ਦੀ ਵਡਿਆਈ, ਧੁਰ ਲਿਖਿਆ ਲੇਖ ਰਜਾਏ ਜਿਉ, ਕਹਿ ਸੁੰਦਰ ਸੁਣੋ ਸੰਤ ਹੋ, ਸਭ ਜਗਤ ਪੈਰੀ ਪਾਏ ਜਿਉ। ਇਹ ਉਹਨਾਂ ਦਾ ਬਚਨ ਸੀ ਕਿ ਜੇ ਮੈਂ ਚੜ੍ਹਾਈ ਕਰ ਜਾਵਾਂ, ਮੈਂ ਪਹਿਲਾਂ ਵੀ ਦੱਸਿਆ ਸੀ ਕਥਾ ਦੀ ਰਮਤਾ ਤੋਂ, ਜਿਵੇਂ ਉਹਨਾਂ ਨੂੰ ਪਹਿਲਾਂ ਹੀ ਆਭਾਸ ਸੀ ਕਿ ਮੇਰੇ ਭੋਗ ਤੇ ਸੱਦ ਦੀ ਕਥਾ ਕਰਿਓ। ਸਾਧ ਸੰਗਤ ਜੀ, ਮੈਂ ਪਹਿਲਾਂ ਵੀ ਕਥਾ ਦੀ ਰਮਤਾ ਵੇਲੇ ਬਚਨ ਕੀਤੇ ਸਨ। ਇਸ ਕਥਾ ਦਾ, ਇਸ ਬਾਣੀ ਦਾ ਇੰਨਾ ਮਹੱਤਵ ਹੈ। ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਪਾਪੀ ਮਨੁੱਖ ਦੇ ਪਰਲੋਕ ਪਿਆਨੇ ਤੋਂ ਬਾਅਦ ਸੱਦ ਬਾਣੀ ਦਾ ਪਾਠ ਹੋ ਜਾਏ ਜਾਂ ਕਥਾ ਹੋ ਜਾਏ ਤੇ ਮਹਾਰਾਜ ਉਸ ਨੂੰ ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਇੰਨਾ ਮਹੱਤਵ ਇਸ ਸੱਦ ਬਾਣੀ ਦੀ ਕਥਾ ਔਰ ਪਾਠ ਦਾ ਹੈ। ਸੋ ਇਹ ਗੁਰ ਇਤਿਹਾਸ ਵਿੱਚ ਸਾਰਾ ਵਰਣਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਵਰਦਾਨ ਹਨ। ਸੋ ਮੈਂ ਫਿਰ ਜਥੇਦਾਰ ਬਾਬਾ ਧਰਮ ਸਿੰਘ ਜੀ ਜੋ ਸਾਡੇ ਟਕਸਾਲ ਦੇ ਸੀਨੀਅਰ